ਸਤ ਕਵ ਨਲ ਕਹਿ ਜਿਨ ਗੁਰੂ ਨ ਦੇਖਿਓ ਨਹੁ ਕੀਓ। ਤੇ ਅਕਿਆਥ ਸੰਸਾਰ ਮੈਂ ਜਿਨ ਗੁਰੂ ਨ ਦੇਖਿਓ ਨਹੁ ਕੀਓ। ਤੇ ਅਕਿਆਥ ਸੰਸਾਰ ਮਹਿ ਬਾਣੀ ਗੁਰੂ। ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨ ਜਾਣ। ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਚੌਪਦੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਸਿਕਦਾਰਹੁ ਨਹਿ ਪਤੀ ਆਇਆ। ਉਮਰਾਵਹੁ ਆਗੈ ਝੀਰਾ। ਮਿਲ ਰਾਜਨ ਰਾਮ ਨਬੇਰਾ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਸਿਕਦਾਰਹੁ ਨਹਿ ਪਤੀ ਆਇਆ। ਉਮਰਾਵਹੁ ਆਗੈ ਝੀਰਾ। ਮਿਲ ਰਾਜਨ ਰਾਮ ਨਬੇਰਾ। ਆਬ ਢੂੰਡਣਾ ਕਤਹੁ ਨਾ ਜਾਈ। ਗੋਬਿੰਦ ਭੇਟੇ ਗੁਰ ਗੋਸਾਈ। ਆਬ ਢੂੰਡਣਾ ਕਤਹੁ ਨਾ ਜਾਈ। ਗੋਬਿੰਦ ਭੇਟੇ ਗੁਰ ਗੋਸਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ
ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਅੰਮ੍ਰਿਤਮਈ ਪਾਵਨ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ। ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਆਪ ਸਮੁੱਚੀਆਂ ਸੰਗਤਾਂ ਦਿਓ ਅਸੀਸ। ਸਾਰੇ ਹੀ ਰਸਨਾ ਕਰੋ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਤੀਜਾ ਚੌਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਜ ਦਾ ਇਹ ਪਾਵਨ ਮੁਖਵਾਕ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ 621 ਅੰਗ ਉੱਪਰ ਸ਼ੋਭਿਤ ਹੈ। ਇਹ ਪਾਵਨ ਸ਼ਬਦ ਦੀ ਜੋ ਥਾਨਕਾ ਹੈ ਉਹ ਇਸ ਪ੍ਰਕਾਰ ਹੈ ਕਿ ਜਿਸ ਵਕਤ ਸੋਢੀ ਸੁਲਤਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆਪਣੇ ਸਭ ਤੋਂ ਛੋਟੇ ਸੁਪੁੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਭਾਦੋਂ ਸੁਦੀ ਤੀਜ ਸੰਮਤ 1638 ਨੂੰ ਦਿੱਤੀ ਹੈ। ਭਾਦੋਂ ਸੁਦੀ ਤੀਜ ਵਾਲੇ ਦਿਨ ਸੰਮਤ 1638 ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਹਨ। ਇਸ ਗੱਲ ਦਾ ਵਿਰੋਧ ਸਤਿਗੁਰਾਂ ਦੇ ਵੱਡੇ ਭਰਾ ਬਾਬੇ ਪ੍ਰਿਥੀ ਚੰਦ ਨੇ ਕੀਤਾ। ਵਿਰੋਧ ਕਰਦਾ ਹੋਇਆ ਦਿੱਲੀ ਬਾਦਸ਼ਾਹ ਦੇ ਪਾਸ ਜਹਾਂਗੀਰ ਦੇ ਕੋਲ ਫਰਿਆਦੀ ਬਣ ਕੇ ਗਿਆ। 6 ਮਹੀਨੇ ਦੇ ਕਰੀਬ ਬਾਬਾ ਪ੍ਰਿਥੀ ਚੰਦ ਆਪਣੀ ਅਰਜੀ ਲਾ ਕੇ ਬੈਠਾ ਰਿਹਾ, ਪਰ ਕਿਤੇ ਵੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇਹਨਾਂ ਦੀ ਸੁਣਵਾਈ ਨਾ ਹੋਈ। ਬੜੇ ਯਤਨ ਕੀਤੇ, ਉੱਥੇ ਵਜ਼ੀਰਾਂ ਨੂੰ, ਮੰਤਰੀਆਂ ਨੂੰ, ਚੌਧਰੀਆਂ ਨੂੰ ਰਿਸ਼ਵਤ ਵੀ ਦਿੱਤੀ, ਪੈਸੇ ਵੀ ਦਿੱਤੇ। ਸਾਰਾ ਜਿਹੜਾ ਧਨ ਸੀ ਉਜਾੜ ਬੈਠਾ, ਪਰ ਕੁਝ ਪੱਲੇ ਨਾ ਪਿਆ। ਫਿਰ ਬਾਬੇ ਪ੍ਰਿਥੀ ਚੰਦ ਨੇ ਜਦ ਬਾਦਸ਼ਾਹ ਪਾਸੋਂ ਕੁਝ ਹਾਸਲ ਨਾ ਹੋਇਆ ਤੇ ਫਿਰ ਸੁਲੀ ਖਾਂ ਨੂੰ ਵੱਢੀ ਦੇ ਕੇ ਤੇ ਆਪਣੀ ਜਿਹੜੀ ਅਰਜੀ ਸੀ, ਪੁਕਾਰ ਸੀ, ਉਹ ਜਹਾਂਗੀਰ ਦੇ ਪਾਸ ਕੀਤੀ। ਜਦੋਂ ਜਹਾਂਗੀਰ ਦੇ ਪਾਸ ਫਰਿਆਦ ਗਈ ਤੇ ਬਾਦਸ਼ਾਹ ਨੇ ਪੁੱਛਿਆ ਸੀ ਪ੍ਰਿਥੀ ਚੰਦ ਨੂੰ ਕਿ ਤੂੰ ਇਹ ਦੱਸ ਕਿ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੇ ਆਪ ਦਿੱਤੀ ਹੈ? ਤੇ ਪ੍ਰਿਥੀ ਚੰਦ ਉੱਥੇ ਮੰਨਿਆ ਕਿ ਹਾਂ, ਗੁਰੂ ਰਾਮਦਾਸ ਜੀ ਨੇ ਆਪ ਗੁਰਤਾ ਗੱਦੀ ਮੇਰੇ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਨੂੰ ਦਿੱਤੀ। ਤੇ ਇਹ ਗੱਲ ਸੁਣ ਕੇ ਬਾਦਸ਼ਾਹ ਕਹਿਣ ਲੱਗਾ, ਫਿਰ ਇਹਦੇ ਵਿੱਚ ਅਸੀਂ ਤਾਂ ਕੁਝ ਕਰ ਨਹੀਂ ਸਕਦੇ, ਇਹ ਜਿਹੜਾ ਝਗੜਾ ਮੈਂ ਨਿਬੇੜ ਨਹੀਂ ਸਕਦਾ। ਤੇ ਫਿਰ ਬਾਬੇ ਪ੍ਰਿਥੀ ਚੰਦ ਨੇ ਸੁਲੀ ਖਾਂ ਨੂੰ ਕਿਹਾ ਕਿ ਮੈਂ ਇੰਨੀ ਦੂਰੋਂ ਚੱਲ ਕੇ ਆਇਆ, ਇੰਨਾ ਸਮਾਂ ਹੋ ਗਿਆ, ਇੰਨਾ ਪੈਸਾ ਵੀ ਖਰਚ ਦਿੱਤਾ ਹੈ, ਮੈਨੂੰ ਕੁਝ ਤਾਂ ਇੱਥੋਂ ਮਿਲਣਾ ਚਾਹੀਦਾ ਹੈ। ਤੇ ਫਿਰ ਸੁਲੀ ਖਾਂ ਨੇ ਵਿੱਚ ਪੈ ਕੇ ਬਾਦਸ਼ਾਹ ਪਾਸੋਂ ਜਿਹੜਾ ਸੋਢੀਆਂ ਦਾ ਕੋਠਾ ਵੱਜਦਾ ਹੈ ਭਗਤੇ ਦੇ ਨੇੜੇ, ਉਹ ਜਿਹੜਾ ਪਿੰਡ ਸੀ ਉਹ ਫਿਰ ਬਾਦਸ਼ਾਹ ਵੱਲੋਂ ਬਾਬੇ ਪ੍ਰਿਥੀ ਚੰਦ ਨੂੰ ਦਿੱਤਾ ਗਿਆ। ਤੇ ਜਦੋਂ ਕੁਝ ਹਾਸਲ ਨਾ ਹੋਇਆ ਤੇ ਇਹਨੂੰ ਵਾਪਸ ਮੁੜਨਾ ਪਿਆ ਸੀ। ਝੁਰਦਾ ਹੋਇਆ ਵਾਪਸ ਆਇਆ ਤੇ ਇਸ ਗੱਲ ਦਾ ਸੰਗਤਾਂ ਨੇ ਸੰਸਾ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਸ ਆ ਕੇ ਸੰਗਤ ਨੇ ਕਿਹਾ, ਮਹਾਰਾਜ ਤੁਹਾਡਾ ਵੱਡਾ ਭਰਾ ਪ੍ਰਿਥੀ ਚੰਦ ਸਰਕਾਰੀ ਦਰਬਾਰੇ ਪੇਸ਼ ਹੋਇਆ ਹੈ, ਕਿਤੇ ਉਹਦੀ ਗੱਲ ਮੰਨ ਕੇ ਬਾਦਸ਼ਾਹ ਕਿਸੇ ਤਰ੍ਹਾਂ ਦਾ ਕੋਈ ਯਤਨ ਨਾ ਕਰੇ, ਕੋਈ ਨੁਕਸਾਨ ਨਾ ਪਹੁੰਚਾਵੇ। ਇਸ ਲਈ ਤੁਹਾਨੂੰ ਵੀ ਪੰਚਾਇਤ ਭੇਜਣੀ ਚਾਹੀਦੀ ਹੈ, ਆਪਣੇ ਕੁਝ ਚੌਧਰੀ ਭੇਜਣੇ ਚਾਹੀਦੇ ਨੇ, ਕੁਝ ਮਨੁੱਖ ਭੇਜਣੇ ਚਾਹੀਦੇ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ।
ਸਾਡੀ ਤਾਂ ਪੁਕਾਰ ਫਰਿਆਦ ਇੱਕ ਪਾਸ ਹੈ। ਜਿਹੜਾ ਰਾਜਿਆਂ ਦਾ ਰਾਜਾ ਪਰਮੇਸ਼ਰ ਰਾਮ ਹੈ, ਉਹਦੇ ਚਰਨਾਂ ਵਿੱਚ ਸਾਡੀ ਅਰਦਾਸ ਹੈ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਉਸ ਵਕਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਸੰਗਤਾਂ ਇੱਥੇ ਬਿਰਾਜਮਾਨ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਕੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਇਹ ਸਾਡੀ ਕਲਿਆਣ ਵਾਸਤੇ ਜੋ ਉਪਦੇਸ਼ ਦਿੱਤਾ ਹੈ, ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਹੈ ਮਹੱਲਾ ਪੰਜਵਾਂ। ਸ਼ਹੀਦਾਂ ਦੇ ਸਰਤਾਜ ਗੁਰ ਅਰਜਨ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਘਰ ਤੀਜਾ। ਤੀਜੇ ਘਰ ਸੁਰ ਤਾਲ ਦੇ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ। ਚਾਉ ਪਦੇ। 4 ਪਦੇ ਹਨ ਇਸ ਸ਼ਬਦ ਦੇ, 4-4 ਤੁਕਾਂ ਵਾਲੇ। ਸੋ ਚਾਉ ਪਦੇ ਸਰਲੇਖ ਹੇਠਾਂ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਹੈ। ਇੱਕ ਓੰਕਾਰ। ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਓੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਬਾਬੇ ਪ੍ਰਿਥੀ ਚੰਦ ਨੇ ਜਦੋਂ ਜਹਾਂਗੀਰ ਪਾਸ ਫਰਿਆਦ ਕੀਤੀ ਤੇ ਪਹਿਲਾਂ ਇਸ ਨੇ ਆਪਣਾ ਜਿਹੜਾ ਸੰਸਾ ਸੀ ਇਹ ਚੌਧਰੀਆਂ ਦੇ ਅੱਗੇ ਰੱਖਿਆ, ਪਰ ਚੌਧਰੀ ਵੀ ਮਿਲ ਕੇ ਇਹ ਜਿਹੜਾ ਸੰਸਾ ਸੀ ਦੂਰ ਨਹੀਂ ਕਰ ਸਕੇ। ਸਿਕਦਾਰੋ ਨਹਿ ਪਤੀ ਆਇਆ। ਫਿਰ ਸਿਕਦਾਰ ਹੁੰਦੇ ਨੇ ਜਿਹੜੇ ਉੱਥੇ ਸਰਦਾਰ ਸਨ, ਉਹਨਾਂ ਪਾਸ ਆਪਣੀ ਫਰਿਆਦ ਰੱਖੀ ਤੇ ਨਹਿ ਪਤੀ ਆਇਆ ਤੇ ਨਹੀਂ ਦੂਰ ਕੀਤਾ ਉਹਨਾਂ ਨੇ ਇਸ ਦਾ ਸੰਸਾ। ਇਹਨੂੰ ਨਾ ਭਰੋਸਾ ਆਇਆ ਉਹਨਾਂ ਤੇ, ਇਹਦਾ ਮਨ ਉਹਨਾਂ ਦੀਆਂ ਗੱਲਾਂ ਤੇ ਵੀ ਨਹੀਂ ਪਤੀਜਿਆ। ਉਮਰਾਵੋ ਆਗੈ ਝੇਰਾ। ਉਮਰਾਵ ਜਿਹੜੇ ਸਰਕਾਰੀ ਉੱਥੇ ਅਹਿਲਕਾਰ ਸਨ, ਅੱਗੇ ਹਾਕਮ ਸਨ ਸਰਕਾਰੀ, ਉਹਨਾਂ ਅੱਗੇ ਵੀ ਆਪਣਾ ਝਗੜਾ ਰੱਖਿਆ ਕਿ ਮੈਂ ਵੱਡਾ, ਮੈਨੂੰ ਇਹ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ, ਪਰ ਇਹਦਾ ਝਗੜਾ ਉਹ ਵੀ ਨਾ ਨਿਬੇੜ ਸਕੇ। ਮਿਲ ਰਾਜਨ ਰਾਮ ਨਬੇਰਾ। ਜੋ ਪਰਮੇਸ਼ਰ ਹੈ ਉਸ ਨੇ ਆਪ ਵਿੱਚ ਪੈ ਕੇ ਨਿਬੇੜਾ ਕੀਤਾ ਏ, ਕਿਉਂਕਿ ਆਪ ਹੀ ਪਰਮਾਤਮਾ ਮਤ ਬੁੱਧ ਦੇਣ ਵਾਲਾ ਹੈ। ਤੇ ਫਿਰ ਬਾਬੇ ਪ੍ਰਿਥੀ ਚੰਦ ਨੂੰ ਇਹੋ ਹੀ ਜਹਾਂਗੀਰ ਨੇ ਕਿਹਾ ਸੀ ਕਿ ਮੇਰੇ ਵੱਸ ਦੀ ਗੱਲ ਨਹੀਂ। ਜੇ ਗੁਰੂ ਰਾਮਦਾਸ ਜੀ ਨੇ ਆਪ ਗੁਰਤਾ ਗੱਦੀ ਦਿੱਤੀ ਹੈ ਤੇ ਫਿਰ ਮੈਂ ਤੈਨੂੰ ਕਿਸ ਤਰ੍ਹਾਂ ਇਹ ਗੁਰਤਾ ਦਵਾ ਸਕਦਾ ਹਾਂ। ਇਸ ਕਰਕੇ ਮਿਲ ਰਾਜਨ ਰਾਮ ਨਬੇਰਾ ਤੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਪਰਮੇਸ਼ਰ ਨੇ ਆਪ ਮਿਲ ਕੇ ਹੀ ਇਹ ਝਗੜਾ ਜਿਹੜਾ ਸੀ ਉਹ ਨਿਬੇੜ ਦਿੱਤਾ। ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਦੋਂ ਸੰਗਤ ਨੇ ਫਰਿਆਦ ਕੀਤੀ ਕਿ ਮਹਾਰਾਜ ਤੁਸੀਂ ਵੀ ਕੁਝ ਆਪਣੇ ਉਥੋਂ ਪੈਂਚ ਭੇਜੋ, ਚੌਧਰੀ ਭੇਜੋ, ਤੇ ਜਿਹੜੇ ਇੱਥੇ ਆ ਕੇ ਆਪਣੀ ਗੱਲਬਾਤ ਕਰ ਸਕਣ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਜਿਹੜੇ ਪੰਜ ਚੌਧਰੀ ਹਨ ਉਹ ਵੀ ਮਿਲ ਕੇ ਜਿਹੜਾ ਸਹਸਾ ਸ਼ੰਕਾ ਦੂਰ ਨਹੀਂ ਕਰ ਸਕਦੇ। ਸਿਕਦਾਰੋ ਨਹਿ ਪਤੀ ਆਇਆ। ਅਤੇ ਨਾ ਹੀ ਕਿਸੇ ਸਰਦਾਰ ਦੇ ਹੱਥ ਵਸ ਹੈ ਕਿ ਉਹ ਮਿਲ ਕੇ ਇੱਥੇ ਆ ਕੇ ਤੇ ਇਹ ਸੰਸਾ ਦੂਰ ਕਰਦੇ, ਝਗੜਾ ਨਿਬੇੜ ਦੇ, ਕਿਉਂਕਿ ਸਭ ਕੁਝ ਤਾਂ ਪ੍ਰਭੂ ਦੇ ਹੱਥ ਵਸ ਹੈ ਨਾ। ਇਸ ਲਈ ਸਿਕਦਾਰੋ ਨਹਿ ਪਤੀ ਆਇਆ। ਤੇ ਜਿਹੜੇ ਸਿਕਦਾਰ ਹਨ, ਜਿਹੜੇ ਚੌਧਰੀ ਹਨ, ਨਹਿ ਪਤੀ ਆਇਆ, ਤੇ ਉਹਨਾਂ ਦੇ ਉੱਤੇ ਵੀ ਸਾਡਾ ਮਨ ਪਤੀਜਦਾ ਨਹੀਂ, ਕਿਉਂਕਿ ਜਿੱਥੇ ਭਰੋਸਾ ਹੋਵੇ ਨਾ ਉੱਥੇ ਹੀ ਮਨ ਪਤੀਜਦਾ ਹੈ। ਤੇ ਗੁਰਦੇਵ ਕਹਿੰਦੇ ਇਹਨਾਂ ਚੌਧਰੀਆਂ ਦੇ ਉੱਤੇ ਵੀ ਸਾਨੂੰ ਭਰੋਸਾ ਨਹੀਂ ਹੈ। ਉਮਰਾਵੋ ਆਗੈ ਝੇਰਾ। ਕੀ ਸਰਕਾਰੀ ਹਾਕਮਾਂ ਦੇ ਅੱਗੇ ਅਸੀਂ ਆਪਣਾ ਝਗੜਾ ਰੱਖੀਏ। ਮਿਲ ਰਾਜਨ ਰਾਮ ਨਬੇਰਾ। ਉਹ ਰਾਜਨ ਰਾਮ ਨਬੇੜਾ ਜਿਹੜਾ ਪਰਮੇਸ਼ਰ ਹੈ ਨਾ, ਉਹੀ ਮਿਲ ਕੇ ਜਿਹੜਾ ਨਬੇੜਾ ਹੈ ਉਹ ਕਰ ਸਕਦਾ ਹੈ। ਉਹਦੇ ਤੋਂ ਬਿਨਾਂ ਇਹ ਨਬੇੜਾ ਹੋਰ ਕੋਈ ਕਰਨ ਵਾਲਾ ਨਹੀਂ ਹੈ। ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਜੀਵ ਦੀ ਫਰਿਆਦ ਹੈ ਸਤਿਗੁਰਾਂ ਦੇ ਅੱਗੇ ਕਿ ਮਹਾਰਾਜ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਨਾ, ਇਹ ਕਿਰਪਾ ਕਰਕੇ ਸਾਡਾ ਚੁੱਕ ਦੋ। ਬਹੁਤ ਦੁਖੀ ਆ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਨਮ ਮਰਨ ਕਰਕੇ ਇਸ ਗੇੜ ਦੇ ਵਿੱਚ ਪਾਏ ਹੋਏ ਆ, ਤੇ ਮਹਾਰਾਜ ਇਹ ਸੰਸਾ ਚੁੱਕ ਦਓ। ਤੇ ਇਸ ਸੰਸੇ ਨੂੰ ਦੂਰ ਕਰਨ ਵਾਸਤੇ ਗੁਰਦੇਵ ਪੁੱਛਦੇ ਨੇ ਕਿ ਕਿਹਦੇ ਕਿਹਦੇ ਕੋਲ ਗਿਆ ਹੈ। ਤੇ ਜੀਵ ਦੱਸਦਾ ਹੈ ਕਿ ਮਹਾਰਾਜ ਮਿਲ ਪੰਚੋ, ਮੈਂ ਜਾ ਕੇ ਮਿਲਿਆ ਹਾਂ। ਪੰਚੋ ਨਾਮ ਪੰਡਤਾਂ ਦਾ ਹੈ ਕਿ ਮੇਰਾ ਜਨਮ ਮਰਨ ਦਾ
ਜਿਹੜਾ ਇਹ ਸੰਸਾਰ ਦੂਰ ਹੋ ਜਾਵੇ। ਤੇ ਮੈਂ ਉਹਨਾਂ ਨੂੰ ਵੀ ਜਾ ਕੇ ਮਿਲਿਆ ਹਾਂ, ਪਰ ਮਿਲ ਪੰਚੋ ਨਹੀਂ ਸਹਸਾ ਚੁਕਾਇਆ। ਉਹਨਾਂ ਨੇ ਵੀ ਮੇਰੇ ਮਨ ਦਾ ਇਹ ਸਹਸਾ ਜਿਹੜਾ ਸੰਸਾ ਸੀ ਉਹ ਦੂਰ ਨਹੀਂ ਕੀਤਾ, ਕਿਉਂਕਿ ਉਹ ਤਾਂ ਆਪ ਜਨਮ ਮਰਨ ਦੇ ਗੇੜ ਵਿੱਚ ਹਨ। ਆਪ ਮੁਕਤ ਕਰੈ ਸੰਸਾਰ। ਮੁਕਤੀ ਤਾਂ ਉਹ ਦੇ ਸਕਦਾ ਹੈ ਨਾ, ਜਨਮ ਮਰਨ ਦਾ ਗੇੜ ਉਹ ਚੁੱਕ ਸਕਦਾ ਜਿਹੜਾ ਆਪ ਮੁਕਤ ਹੈ। ਭੱਟ ਦੀ ਜੇ ਬਚਨ ਵੀ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ, ਬਰਸ ਏਕ ਹਉ ਫਿਰਿਓ ਕਿਨੈ ਨਹੁ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲੱਗੇ ਤਿੰਨ ਕੇ ਗੁਣ ਹਉ ਕਿਆ ਕਹੂੰ। ਜਿਹੜੇ ਨਾਮ ਨੂੰ ਛੱਡ ਕੇ ਪੰਡਤ ਜਨ ਕਿਹਾ ਜਾਂਦਾ ਹੈ, ਵਿਦਵਾਨ ਜਨਾਂ ਨੂੰ, ਜਿਨ੍ਹਾਂ ਕੋਲ ਕੇਵਲ ਕਥਨੀ ਹੈ ਪਰ ਕਰਨੀ ਨਹੀਂ, ਉਹ ਕਥਨੀ ਦੇ ਨਾਲ ਗੱਲਾਂ ਦੇ ਨਾਲ ਨਹੀਂ ਸਹਸਾ ਚੁਕਾਇਆ। ਇਹ ਜਿਹੜਾ ਜਨਮ ਮਰਨ ਦਾ ਸਹਸਾ ਹੈ ਨਾ, ਇਹ ਦੂਰ ਨਹੀਂ ਕਰ ਸਕਦੇ, ਕਿਉਂਕਿ ਜਨਮ ਮਰਨ ਦਾ ਸਹਸਾ ਤੇ ਉਹੀ ਦੂਰ ਕਰ ਸਕਦੇ ਹਨ ਜਿਹੜੇ ਕਮਾਈ ਵਾਲੇ, ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ, ਭਜਨ ਕੀਤਾ ਹੈ। ਇਸ ਲਈ ਮਿਲ ਪੰਚਹੁ, ਉਹਨਾਂ ਪੰਡਤਾਂ ਨੂੰ ਵੀ ਜਾ ਕੇ ਮਿਲਿਆ, ਪਰ ਉਹਨਾਂ ਕੋਲੋਂ ਵੀ ਇਹ ਜਨਮ ਮਰਨ ਦਾ ਜਿਹੜਾ ਸੰਸਾ ਸੀ ਦੂਰ ਨਹੀਂ ਹੋ ਸਕਿਆ। ਸਿਕਦਾਰਹੁ ਨਹਿ ਪਤੀ ਆਇਆ। ਸਿਕਦਾਰ ਨਾਮ ਹੈ ਜਿਹੜੇ ਜੋਤਸ਼ੀ ਲੋਕ ਨੇ, ਉਹਨਾਂ ਕੋਲ ਜਾ ਕੇ ਦੇਖਿਆ ਕਿਤੇ ਇਹ ਸੰਸਾ ਦੂਰ ਕਰ ਦੇਣ ਜਨਮ ਮਰਨ ਦਾ, ਪਰ ਉਹਨਾਂ ਕੋਲ ਵੀ ਜਾ ਕੇ ਨਹਿ ਪਤੀ ਆਇਆ, ਮੇਰਾ ਮਨ ਪਤੀਜਿਆ ਨੇ, ਮੇਰੇ ਮਨ ਨੂੰ ਤਸੱਲੀ ਨਹੀਂ ਮਿਲੀ, ਕਿਉਂਕਿ ਉਹਨਾਂ ਕੋਲ ਕੇਵਲ ਕਰਮ ਕਾਂਡ ਸਨ ਤੇ ਉਹਨਾਂ ਕਰਮ ਕਾਂਡਾਂ ਦੇ ਵਿੱਚ ਪਾ ਕੇ ਮੈਨੂੰ ਹੋਰ ਜ਼ਿਆਦਾ ਉਲਝਾ ਕੇ ਰੱਖਤਾ। ਉਹਨਾਂ ਕੋਲੋਂ ਵੀ ਇਹ ਮੇਰਾ ਸੰਸਾ ਜਿਹੜਾ ਸੀ ਦੂਰ ਨਹੀਂ ਹੋਇਆ। ਉਮਰਾਵਹੁ ਆਗੈ ਝੇਰਾ। ਉਮਰਾਵ ਨਾਮ ਹੈ ਦੇਵਤਿਆਂ ਦਾ, ਦੇਵੀ ਦੇਵਤਿਆਂ ਕੋਲ ਜਾ ਕੇ ਵੀ ਦੇਖਿਆ ਕਿ ਕਿਤੇ ਉਹ ਜਨਮ ਮਰਨ ਦਾ ਸੰਸਾ ਚੁੱਕ ਦੇਣ, ਪਰ ਭਗਤ ਜੀ ਕਹਿੰਦੇ ਹਨ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਇਸ ਕਰਕੇ ਦੇਵਤਿਆਂ ਕੋਲੋਂ ਵੀ ਇਹ ਜਿਹੜਾ ਸੰਸਾ ਸੀ ਜਨਮ ਮਰਨ ਦਾ, ਇਹ ਨਾ ਦੂਰ ਹੋਇਆ। ਜਨਮ ਮਰਨ ਦੇ ਝਗੜੇ ਨੂੰ ਤਾਂ ਦੇਵਤੇ ਵੀ ਦੂਰ ਨਹੀਂ ਕਰ ਸਕੇ। ਮਿਲ ਰਾਜਨ ਰਾਮ ਨਬੇਰਾ। ਇਹ ਜਿਹੜਾ ਜਨਮ ਮਰਨ ਦਾ ਨਬੇੜਾ ਹੈ ਕਿਸ ਨੇ ਕੀਤਾ ਹੈ? ਤੇ ਗੁਰਦੇਵ ਕਹਿੰਦੇ ਹਨ, ਮਿਲ ਰਾਜਨ ਰਾਮ। ਜਦੋਂ ਰਾਜਨ ਰਾਮ ਪਰਮੇਸ਼ਰ ਨੂੰ ਜਾ ਕੇ ਮਿਲੇ ਤੇ ਉਹ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਜਨਮ ਮਰਨ ਦਾ ਸੰਸਾ ਸੀ ਉਹ ਦੂਰ ਹੋ ਗਏ। ਆਪ ਮੁਕਤ ਕਰੈ ਸੰਸਾਰ। ਜਦੋਂ ਐਸੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੇ ਫਿਰ ਜਿਹੜੇ ਜਨਮ ਮਰਨ ਦੇ ਬੰਧਨ ਸੀ ਉਹ ਕੱਟ ਦਿੱਤੇ। ਭਗਤ ਜੀ ਨੇ ਇਹੋ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਕੀਤੀ ਹੈ, ਕਹੈ ਕਬੀਰ ਸੁਨਹੁ ਰੇ ਸੰਤਹੁ, ਖੇਤ ਹੀ ਕਰਹੁ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਾਹੁਰ ਨਾ ਭਉਜਲ ਫੇਰ। ਕਿਉਂਕਿ ਸਭ ਤੋਂ ਵੱਡਾ ਦੁੱਖ ਤੇ ਜਨਮ ਮਰਨ ਦਾ ਹੈ ਨਾ, ਪਰ ਜਨਮ ਮਰਨ ਤੋਂ ਇਹ ਝਗੜਾ ਤੇ ਕੇਵਲ ਪ੍ਰਭੂ ਹੀ ਮੁਕਾ ਸਕਦੇ ਹਨ। ਜਨਮ ਮਰਨ ਦੇ ਗੇੜ ਚੋਂ 84 ਚੋਂ ਕੇਵਲ ਤਾਂ ਪ੍ਰਭੂ ਹੀ ਕੱਢ ਸਕਦੇ। ਨਾ ਪੰਡਤਾਂ ਕੋਲ ਸੰਸਾ ਦੂਰ ਹੋਇਆ, ਨਾ ਜੋਤਸ਼ੀਆਂ ਕੋਲੋਂ ਦੂਰ ਹੋਇਆ, ਨਾ ਦੇਵੀ ਦੇਵਤੇ ਮੇਰਾ ਜਨਮ ਮਰਨ ਦਾ ਝਗੜਾ ਮੇਟ ਸਕੇ। ਮੈਂ ਪ੍ਰਭੂ ਦੀ ਸ਼ਰਨ ਵਿੱਚ ਆਇਆ ਤੇ ਪ੍ਰਭੂ ਨੇ ਕਿਰਪਾ ਕੀਤੀ ਹੈ, ਜਨਮ ਮਰਨ ਦਾ ਨਬੇੜਾ ਕਰ ਦਿੱਤਾ। ਆਬੂ ਢੂੰਡਨ ਕਤਹੁ ਨਾ ਜਾਈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਅਬ ਢੂੰਡਨ ਕਤਹੁ ਨਾ ਜਾਈ। ਹੁਣ ਮੈਂ ਲੱਭਣ ਵਾਸਤੇ ਕਿਹਦੇ ਕੋਲ ਜਾਵਾਂ? ਭਾਵ ਇਹ ਸੰਸਾ ਦੂਰ ਕਰਨ ਵਾਸਤੇ ਕਿਹਦੇ ਕੋਲ ਜਾਵਾਂ? ਗੋਬਿੰਦ ਭੇਟੇ ਗੁਰ ਗੋਸਾਈ। ਮੈਂ ਗੁਰੂ ਦੀ ਕਿਰਪਾ ਦੇ ਨਾਲ, ਜੋ ਧਰਤੀ ਦਾ ਮਾਲਕ ਪਰਮੇਸ਼ਰ ਗੋਬਿੰਦ ਹੈ, ਮੈਂ ਉਹਨੂੰ ਮੇਰੇ ਗੁਰੂ ਨੇ ਮੈਨੂੰ ਮਿਲਾ ਦਿੱਤਾ ਹੈ। ਜਦੋਂ ਪ੍ਰਭੂ ਮਿਲ ਗਿਆ, ਮੈਨੂੰ ਹੁਣ ਹੋਰ ਕਿਸੇ ਪਾਸ ਜਾਣ ਦੀ ਲੋੜ ਹੀ ਨਹੀਂ ਪੈਂਦੀ। ਬੜਾ ਸੁੰਦਰ ਸਤਿਗੁਰੂ ਜੀ ਦਾ ਬਾਣੀ ਦੇ ਅੰਦਰ ਫਰਮਾਨ ਪੜ੍ਹਦੇ ਹਾਂ, ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਧੜਾ ਕੀਆ ਚੌਧਰੀ ਸਿਕਦਾਰ ਨਾਲ ਆਪਣੇ ਸੁਆਈ। ਆਪਣੇ ਸਵਾਰਥ ਲਈ ਕੋਈ ਜਿਹੜਾ ਹੈ ਉਹ ਆਪਣਾ ਆਸਰਾ ਪੁੱਤਰਾਂ ਨੂੰ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਮੰਨਦਾ ਹੈ। ਕੋਈ ਕੁੜਮਾਂ ਨੂੰ, ਕੋਈ ਜਵਾਈਆਂ ਨੂੰ ਕਹਿੰਦਾ ਹੈ ਕਿ ਮੇਰੇ ਕੁੜਮ ਜਵਾਈ ਬੜੇ ਤਕੜੇ ਹਨ। ਕਈਆਂ ਨੂੰ ਚੌਧਰੀ ਦੇ ਨਾਲ ਮਿੱਤਰਤਾ ਹੋਣ ਕਰਕੇ ਇਸ ਗੱਲ ਦਾ ਮਾਣ ਹੈ। ਪਰ ਗੁਰਦੇਵ ਕਹਿੰਦੇ ਹਨ, ਹਮਾਰਾ ਧੜਾ ਹਰ ਰਿਹਾ ਸਮਾਈ। ਸਾਡਾ ਤੇ ਧੜਾ, ਸਾਡਾ ਆਸਰਾ, ਸਾਡਾ ਸੰਗ ਤੇ ਪਰਮੇਸ਼ਰ ਦੇ ਨਾਲ। ਤੇ ਜਿਹਦਾ ਸੰਗ ਪਰਮੇਸ਼ਰ ਦੇ ਨਾਲ ਹੋਇਆ, ਜਿਹੜਾ ਪ੍ਰਭੂ ਦੀ ਸੰਗਤ ਵਿੱਚ ਜੁੜ ਗਿਆ, ਅਬ ਢੂਡਨ ਕਤਹੁ ਨਾ ਜਾਈ। ਹੁਣ ਹੋਰ ਕਿਤੇ ਆਸਰਾ ਪਾਲਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਪੂਰੇ ਗੁਰਾਂ ਨੇ ਧਰਤੀ ਦੇ ਮਾਲਕ ਪਰਮੇਸ਼ਰ ਨਾਲ ਸਾਡਾ ਮਿਲਾਪ ਕਰਾ ਦਿੱਤਾ ਹੈ।
ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ। ਉਹ ਲਿਖਦੇ ਹਨ, ਕਾਹੂ ਕੋ ਭਰੋਸੋ ਹੈ ਜ਼ਮੀਨ ਕੇ ਜਮਾਨੇ ਬੀਚ, ਕਾਹੂ ਕੋ ਭਰੋਸੋ ਚੋਰ ਚਾਕਰੀ ਜਹਾਜ਼ ਪੈ, काहू को भरोसो देववानी और पारसी को, काहू को भरोसो संत गिरी की मिजाज पै, काहू को भरोसो चोर चातरी चलाकी चोख मोको तो भरोसो एक ग्रंथ महाराज पै। जिन्हों गुरु ग्रंथ साहिब जी महान सतगुरु पूरे गुरु मिल पए ना, अब ढूडन कतहू ना जाए, ਉਹਨੂੰ ਕਿਤੇ ਹੋਰ ਆਸਰਾ ਭਾਲਣ ਦੀ ਲੋੜ ਨਹੀਂ। ਬੜਾ ਸੋਹਣਾ ਬਚਨ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਇਹ ਸੁਣਾਉਂਦੇ ਸਨ। ਉਹਨਾਂ ਦਾ ਬਚਨ ਸੀ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਪੂਰੀ ਨਹੀਂ ਪਈ, ਉਹ ਇੱਕ ਗੱਲ ਧਿਆਨ 'ਚ ਰੱਖਣ, ਉਹਨਾਂ ਦੀ ਕਿਤੇ ਵੀ ਪੂਰੀ ਨਹੀਂ ਪੈ ਸਕਦੀ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੇ ਜੋ ਬਾਂਸ ਬਜਾਈਏ ਫੂਕ। ਦੋਸ਼ ਆਪਣੇ ਵਿੱਚ ਦੇਖਣਾ ਚਾਹੀਦਾ ਹੈ। ਇਸ ਲਈ ਜਿਹਨੂੰ ਸਤਿਗੁਰਾਂ ਨੇ ਪ੍ਰਭੂ ਦੇ ਨਾਲ ਮਿਲਾ ਦਿੱਤਾ, ਅਬ ਢੂਡਨ ਕਤਹੂ ਨਾ ਜਾਈ, ਹੁਣ ਹੋਰ ਕਿਤੇ ਜਾ ਕੇ ਆਸਰਾ ਭਾਲਣ ਦੀ ਲੋੜ ਨਹੀਂ ਪੈਂਦੀ। ਗੋਬਿੰਦ ਭੇਟੇ ਗੁਰ ਗੋਸਾਈ ਰਹਾਉ, ਆਇਆ ਪ੍ਰਭ ਦਰਬਾਰਾ। ਹੁਣ ਪ੍ਰਭੂ ਦੇ ਦਰਬਾਰ ਦੇ ਵਿੱਚ ਆ ਗਏ ਹਾਂ, ਤਾਵ ਸਗਲੀ ਮਿਟੀ ਪੁਕਾਰਾ। ਤਾਂ ਸਾਰੀਆਂ ਪੁਕਾਰਾਂ ਮਿਟ ਗਈਆਂ। ਹੁਣ ਕਿਸੇ ਅੱਗੇ ਪੁਕਾਰ ਕਰਨ ਦੀ ਲੋੜ ਹੀ ਨਹੀਂ ਪੈਂਦੀ। ਪ੍ਰਭੂ ਦਾ ਦਰਬਾਰ ਕਿਹੜਾ ਹੈ? ਸਤ ਸੰਗਤ ਰੂਪੀ ਇਹ ਪ੍ਰਭੂ ਦਾ ਦਰਬਾਰ ਹੈ। ਸਤ ਸੰਗਤ ਨਿਜ ਅਸਥਾਨ ਹੈ ਪ੍ਰਭੂ ਦਾ। ਗੁਰਦੇਵ ਕਹਿੰਦੇ ਨੇ, ਆਇਆ ਪ੍ਰਭ ਦਰਬਾਰਾ। ਜਦੋਂ ਮੈਂ ਪ੍ਰਭੂ ਦੇ ਦਰਬਾਰ ਸਤ ਸੰਗਤ ਵਿੱਚ ਆ ਗਿਆ ਤਾਂ ਸਗਲੀ ਮਿੱਟੀ ਪੁਕਾਰਾ, ਸਾਰੀਆਂ ਜਿਹੜੀਆਂ ਪੁਕਾਰਾਂ ਸੀ ਉਹ ਮਿਟ ਗਈਆਂ। ਹੋਰ ਕਿਸੇ ਪਾਸ ਹੁਣ ਫਰਿਆਦ ਕਰਨ ਦੀ ਲੋੜ ਨਹੀਂ ਪੈਂਦੀ। ਲਬਦ ਆਪਣੀ ਪਾਈ, ਕਿਉਂਕਿ ਸਤ ਸੰਗਤ ਦਾ ਬਹੁਤ ਵੱਡਾ ਪ੍ਰਤਾਪ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਚਲ ਵਟਾਲੇ ਦੀ ਧਰਤੀ ਤੇ ਬਿਰਾਜਮਾਨ। ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਇੱਥੇ ਪਹੁੰਚੀਆਂ। ਇੱਕ ਸਿੱਖ ਚੱਲ ਕੇ ਆਇਆ, ਜਿਹਨੇ ਆਪਣੇ 12 ਸਾਲ ਦੇ ਪੁੱਤਰ ਨੂੰ ਨਾਲ ਲਿਆਂਦਾ ਹੈ। ਜਦੋਂ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ, ਆਪਣੇ ਪੁੱਤਰ ਨੂੰ ਵੀ ਨਮਸਕਾਰ ਕਰਾਈ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਗਏ। ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਸਤਿਗੁਰੂ ਆ ਮੇਰਾ ਜਿਹੜਾ ਪੁੱਤਰ ਹੈ ਨਾ, ਇਹਦਾ ਨਾਮ ਹੈ ਸੰਗਤੀਆ। ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਨੇ, ਬੜਾ ਸੋਹਣਾ ਨਾਂ ਹੈ, ਇਹ ਨਾਮ ਇਸ ਤਰ੍ਹਾਂ ਕਿਉਂ ਰੱਖਿਆ? ਕਹਿਣ ਲੱਗਾ, ਮਹਾਰਾਜ ਇਹ ਸਾਰਾ ਸੰਗਤ ਦਾ ਹੀ ਪ੍ਰਤਾਪ ਹੈ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ। ਕਹਿਣ ਲੱਗਾ, ਮਹਾਰਾਜ ਇਹ ਸੰਗਤ ਦਾ ਪ੍ਰਤਾਪ ਹੈ। ਸੰਗਤ ਦੇ ਪ੍ਰਤਾਪ ਦੇ ਨਾਲ ਅੱਜ ਮੇਰਾ ਪੁੱਤਰ ਜਿਉਂਦਾ ਹੈ, ਤੁਹਾਡੀ ਕਿਰਪਾ ਦੇ ਨਾਲ। ਸਤਿਗੁਰੂ ਕਹਿਣ ਲੱਗੇ, ਉਹ ਕਿਸ ਤਰ੍ਹਾਂ? ਕਹਿਣ ਲੱਗਾ, ਮਹਾਰਾਜ ਜਦੋਂ ਵੀ ਮੇਰੇ ਘਰ ਵਿੱਚ ਸੰਤਾਨ ਹੁੰਦੀ ਸੀ ਨਾ, ਉਹ ਜਨਮ ਲੈਂਦੇ ਚੜ੍ਹਾਈ ਕਰ ਜਾਂਦੀ ਸੀ। ਫਿਰ ਮੈਂ ਸੰਗਤ ਵਿੱਚ, ਆਪ ਜੀ ਦੀ ਸੰਗਤ ਵਿੱਚ ਖਲੋ ਕੇ ਅਰਦਾਸ ਕੀਤੀ। ਜਦੋਂ ਸੰਗਤ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਅਰਦਾਸ ਇਹ ਕੀਤੀ ਸੀ ਕਿ ਇੱਕ ਵਾਰ ਮੇਰੇ ਘਰ ਕਿਰਪਾ ਹੋਏ, ਮੇਰੀ ਸੰਤਾਨ ਜਿਉਂਦੀ ਰਹੇ ਤੇ ਮੈਂ ਆਪਣੀ ਉਹ ਸੰਤਾਨ ਗੁਰੂ ਚਰਨਾਂ ਵਿੱਚ ਭੇਟ ਕਰਾਂ। ਸਤਿਗੁਰੂ ਐਸੀ ਕਿਰਪਾ ਹੋਈ ਤਾਂ ਸਗਲੀ ਮਿੱਟੀ ਪੁਕਾਰਾ, ਆਇਆ ਪ੍ਰਭ ਦਰਬਾਰ। ਜਦੋਂ ਤੁਹਾਡੇ ਸਤ ਸੰਗਤ ਰੂਪੀ ਦਰਬਾਰ 'ਚ ਗਿਆ ਤੇ ਮੇਰੀ ਇਹ ਫਰਿਆਦ ਸੁਣੀ ਗਈ। ਬੜੇ ਲੰਮੇ ਸਮੇਂ ਬਾਅਦ ਮੇਰੇ ਘਰ ਵਿੱਚ ਸੰਤਾਨ ਹੋਈ। ਸਤਿਗੁਰੂ ਅੱਜ ਮੇਰਾ ਪੁੱਤਰ 12 ਸਾਲਾਂ ਦਾ ਹੈ, ਮੈਨੂੰ ਆਪ ਜੀ ਦੀ ਸ਼ਰਨ ਵਿੱਚ ਭੇਟ ਕਰਨ ਆਇਆ, ਇਸ ਲਈ ਇਹਦਾ ਨਾਮ ਸੰਗਤੀਆ ਰੱਖਿਆ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਹੜਾ ਪ੍ਰਭੂ ਦਰਬਾਰ ਵਿੱਚ ਆ ਕੇ ਪੁਕਾਰ ਕਰਦਾ ਹੈ ਨਾ, ਸਤ ਸੰਗਤ ਤੇ ਪ੍ਰਭੂ ਦਾ ਦਰਬਾਰ ਹੈ ਤੇ ਉਹਦੀ ਪੁਕਾਰ ਜ਼ਰੂਰ ਸੁਣੀ ਜਾਂਦੀ ਹੈ। ਲਬਦ ਆਪਣੀ ਪਾਈ, ਜਿਹੜੀ ਵਸਤੂ ਆਪਾਂ ਲੱਭਦੇ ਫਿਰਦੇ ਸੀ ਨਿਜ ਸਰੂਪ ਨੂੰ ਆਪਣੀ ਪਾਈ, ਉਹ ਆਪਣੇ ਹਿਰਦੇ ਘਰ 'ਚ ਹੀ ਪਾ ਲਈ। ਇਹ ਸੰਸਾ ਦੂਰ ਕਰਨ ਵਾਸਤੇ ਪੰਡਤਾਂ ਕੋਲ, ਜੋਤਸ਼ੀਆਂ ਕੋਲ, ਦੇਵਤਿਆਂ ਕੋਲ ਗਏ, ਪਰ ਉਹਨਾਂ ਕੋਲੋਂ ਵੀ ਇਹ ਸੰਸਾ ਦੂਰ ਨਹੀਂ ਹੋਇਆ। ਲੱਭਦ ਆਪਣੀ ਪਾਈ, ਤੇ ਜਿਹੜੀ ਵਸਤੂ ਸੀ ਨਿਜ ਸਰੂਪ ਨੂੰ ਭਾਲ ਕਰ ਰਹੇ ਸਾਂ, ਉਹ ਆਪਣੇ ਹਿਰਦੇ ਘਰ ਵਿੱਚ ਹੀ ਪਾ ਲਈ। ਜਦੋਂ ਪੂਰੇ ਗੁਰੂ ਮਿਲ ਪਏ ਤੇ ਫਿਰ ਗੁਰ ਘਰ ਹੀ ਮਾਹੇ ਦਿਖਾਇਆ ਥਾ। ਨਿਜ ਘਰ ਦੇ ਵਿੱਚ ਉਹ ਵਸਤੂ ਪ੍ਰਾਪਤ ਹੋ ਗਈ। ਹੁਣ ਕਿਤੇ ਉਹਨੂੰ ਬਾਹਰ ਟੋਲਣ ਦੀ, ਬਾਹਰ ਲੱਭਣ ਦੀ ਲੋੜ ਹੀ ਨਹੀਂ ਪੈਂਦੀ। ਤਾ ਕਤ ਆਵੈ ਕਤ ਜਾਈ, ਜਿਹਨੇ ਨਿਜ ਸਰੂਪ ਹਿਰਦੇ ਘਰ ਚੋਂ ਹੀ ਪਾ ਲਿਆ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਾਹਰ ਨਾ ਹੋਏ ਗੋ ਫੇਰਾ। ਮਹਾਰਾਜ ਬਖਸ਼ਿਸ਼ ਕਰਦੇ ਨੇ, ਤਾਂ ਕਤ ਆਵੈ ਕਤ ਜਾਈ। ਜਿਹਨੇ ਨਿਜ ਸਰੂਪ ਦੀ ਪਹਿਚਾਨ ਕਰ ਲਈ ਨਾ, ਤਾਂ ਕਤ ਆਵੇ,
ਉਹਨਾਂ ਦਾ ਮਨ ਕਿਤੇ ਵੀ ਨਹੀਂ ਆਉਂਦਾ ਤੇ ਕਿਤੇ ਜਾਂਦਾ ਨਹੀਂ। ਜਾਂ ਇੱਥੇ ਬਖਸ਼ਿਸ਼ ਕਰਦੇ ਨੇ ਤਾਂ ਕਾਤੇ ਆਵੇ, ਜੀਵ ਜਨਮ ਲੈ ਕੇ ਕਤ ਕਾਹਦੇ ਵਾਸਤੇ ਆਵੇ, ਕਤ ਜਾਈ ਤੇ ਕਿੱਧਰ ਜਾਵੇਗਾ। ਭਾਵ ਉਹਨਾਂ ਦਾ ਜਨਮ ਮਰਨ ਦਾ ਨਿਬੇੜਾ ਹੋ ਜਾਂਦਾ ਹੈ ਕਿਹਨਾਂ ਦਾ, ਜਿਹੜੇ ਪ੍ਰਭੂ ਦਰਬਾਰ ਵਿੱਚ ਆ ਕੇ ਸਤ ਸੰਗਤ ਵਿੱਚ ਪੁਕਾਰ ਕਰਦੇ ਨੇ। ਉਹਨਾਂ ਦੀਆਂ ਪੁਕਾਰਾਂ ਪ੍ਰਭੂ ਦਰਬਾਰ ਵਿੱਚ ਸੁਣੀਆਂ ਜਾਂਦੀਆਂ ਨੇ। ਫਿਰ ਜਿਹੜੀ ਵਸਤੂ ਦੀ ਬਾਹਰੋਂ ਭਾਲ ਕਰਦੇ ਸੀ ਨਾ, ਜਿਹੜੀ ਵਸਤੂ ਜੋਗੀ ਲੋਕ ਜੰਗਲਾਂ ਵਿੱਚ ਜਾ ਕੇ ਭਾਲਦੇ ਨੇ, ਜਿਹੜਾ ਸੁੱਖ ਪਹਾੜਾਂ ਤੇ ਚੜ੍ਹ ਕੇ ਭਾਲਦੇ ਨੇ, ਉਹ ਸੁੱਖ ਤਾਂ ਸਤਿਗੁਰੂ ਜੀ ਨੇ ਸਤ ਸੰਗਤ ਰੂਪੀ ਦਰਬਾਰ ਦੇ ਵਿੱਚ ਦਿੱਤਾ। ਜਿਹੜੇ ਨੇਮ ਦੇ ਨਾਲ ਸੰਗਤ ਕਰਦੇ ਨੇ ਉਹ ਫਿਰ ਆਪਣੇ ਹਿਰਦੇ ਘਰ ਵਿੱਚ ਸਦੀਵ ਸੁੱਖ ਪਾ ਲੈਂਦੇ ਨੇ। ਉਹ ਫਿਰ ਨਾ ਕੱਤ ਆਵੇ ਤਾਂ ਕੱਤ ਆਵੇ ਕੱਤ ਜਾਈ, ਉਹ ਜਨਮ ਲੈ ਕੇ ਨਹੀਂ ਆਉਂਦੇ ਤੇ ਮਰ ਕੇ ਫਿਰ ਕਿਤੇ ਨਹੀਂ ਜਾਂਦੇ। ਜਨਮ ਮਰਨ ਦੁਹੂ ਮਹਿ ਨਾਹੀ, ਉਹਨਾਂ ਦਾ ਜਨਮ ਮਰਨ ਦਾ ਗੇੜ ਹੀ ਚੁੱਕਿਆ ਜਾਂਦਾ ਹੈ। ਤਹ ਸਾਚ ਨਿਆਏ ਨਬੇਰਾ, ਉਹ ਪ੍ਰਭੂ ਦੇ ਦਰਬਾਰ ਦੇ ਵਿੱਚ ਸੱਚ ਦਾ ਨਿਬੇੜਾ ਹੁੰਦਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਹੜੀ ਦੁਨਿਆਵੀ ਕਈ ਅਦਾਲਤਾਂ ਨੇ ਉੱਥੇ ਤਾਂ ਬੰਦਾ ਕੁਝ ਸੱਚ ਝੂਠ ਜਿਹੜਾ ਹੈ ਉਹ ਬਦਲਾ ਹੀ ਲੈਂਦਾ ਹੈ, ਪੈਸਿਆਂ ਦੇ ਜ਼ੋਰ ਤੇ, ਬੁੱਧੀ ਦੇ ਜ਼ੋਰ ਤੇ, ਬੰਦਿਆਂ ਦੇ ਜ਼ੋਰ ਦੇ ਉੱਤੇ। ਪਰ ਗੁਰਦੇਵ ਕਹਿੰਦੇ ਨੇ ਜਦੋਂ ਪ੍ਰਭੂ ਦੇ ਦਰਬਾਰ ਵਿੱਚ ਆ ਕੇ ਪੁਕਾਰ ਕਰੀਏ ਨਾ, ਤਹ ਸਾਚ ਨਿਆਏ ਨਿਬੇੜਾ, ਫਿਰ ਇੱਥੇ ਤਾਂ ਸੱਚ ਦਾ ਹੀ ਨਿਬੇੜਾ ਹੁੰਦਾ ਹੈ। ਇੱਥੇ ਫਿਰ ਪ੍ਰਭੂ ਦੇ ਦਰਬਾਰ ਦੇ ਵਿੱਚ ਚੁਣ ਵੱਖ ਕੱਢੈ ਜਜਮਾਲੇ, ਉੱਥੇ ਸੱਚੋ ਹੀ ਸੱਚ ਨਿਬੜੈ। ਇੱਥੇ ਸੱਚ ਦਾ ਹੀ ਨਿਬੇੜਾ ਹੁੰਦਾ ਹੈ। ਊਹਾ ਸਮ ਠਾਕੁਰ ਸਮ ਚੇਰਾ, ਪ੍ਰਭੂ ਦੇ ਦਰਬਾਰ ਦੇ ਅੰਦਰ ਸਮ ਠਾਕੁਰ ਸਮ ਚੇਰਾ। ਠਾਕੁਰ ਮਾਲਕ ਨੂੰ ਕਹੀਦਾ ਹੈ ਕਿ ਚੇਰਾ ਨਾਮ ਹੈ ਨੌਕਰ ਦਾ। ਦੁਨਿਆਵੀ ਅਦਾਲਤਾਂ ਦੇ ਵਿੱਚ ਕਿਤੇ ਜਿਹੜੇ ਫੈਸਲੇ ਨੇ ਉਹ ਮਾਲਕ ਦੇ ਹੱਕ 'ਚ ਕਰ ਦਿੱਤੇ ਜਾਂਦੇ ਤੇ ਨੌਕਰ ਨੂੰ ਕਿਹਾ ਜਾਂਦਾ ਇਹਦੀ ਕਿਹੜੀ ਗੱਲ ਹੈ, ਇਹਦੀ ਕੌਣ ਪੁਕਾਰ ਸੁਣਨ ਵਾਲਾ, ਨਾ ਇਹਨੇ ਪੈਸੇ ਦੇਣੇ ਤੇ ਨਾ ਇਹਦਾ ਕੋਈ ਫਾਇਦਾ ਹੈ। ਆ ਅਮੀਰ ਬੰਦਾ ਹੈ, ਤਕੜਾ, ਇਹਦੇ ਹੱਕ ਦੇ ਵਿੱਚ ਇਹ ਕੇਸ ਕੀਤਾ ਜਾਏ। ਪਰ ਗੁਰਦੇਵ ਕਹਿੰਦੇ ਇੱਕ ਗੱਲ ਧਿਆਨ 'ਚ ਰੱਖਣੀ, ਇੱਥੇ ਤਾਂ ਸੱਚ ਦਾ ਹੀ ਨਿਬੇੜਾ ਹੁੰਦਾ ਹੈ। ਉਹ ਪ੍ਰਭੂ ਦੇ ਦਰਬਾਰ ਦੇ ਵਿੱਚ ਊਹਾ ਸਮ ਠਾਕੁਰ ਸਮ ਚੇਰਾ, ਮਾਲਕ ਅਤੇ ਨੌਕਰ ਇੱਕ ਸਮਾਨ ਰੱਖੇ ਜਾਂਦੇ ਨੇ। ਸਾਚ ਨਿਆਏ ਨਿਬੇੜਾ, ਫਿਰ ਉਹਦੇ ਦਰਬਾਰ ਦੇ ਵਿੱਚ ਸੱਚ ਦਾ ਨਿਆਂ ਹੁੰਦਾ ਹੈ। ਅੰਤਰਜਾਮੀ ਜਾਣੈ, ਕਿਉਂਕਿ ਉਹ ਪ੍ਰਭੂ ਅੰਤਰਜਾਮੀ ਹੈ, ਸਾਰਿਆਂ ਦੇ ਹਿਰਦੇ ਦੀ ਉਹ ਜਾਣਦਾ ਹੈ। ਇੱਥੇ ਆਪਾਂ ਦੁਨਿਆਵੀ ਲੋਕਾਂ ਨੂੰ ਭਰਮਾਉਣ ਵਾਸਤੇ ਕਈ ਤਰ੍ਹਾਂ ਦੀਆਂ ਚਤੁਰਾਈਆਂ ਦੇ ਨਾਲ ਇਹ ਫੈਸਲੇ ਆਪਣੇ ਹੱਕ 'ਚ ਕਰਾ ਸਕਦੇ, ਪਰ ਪ੍ਰਭੂ ਦੇ ਦਰਬਾਰ ਦੇ ਵਿੱਚ ਤਾਂ ਅੰਤਰਜਾਮੀ ਜਾਣੈ, ਉਹ ਪ੍ਰਭੂ ਅੰਦਰ ਦੀਆਂ ਜਾਣਦਾ ਹੈ। ਸਾਡੇ ਚੰਗੇ ਮਾੜੇ ਜਿਹੜੇ ਗੁਣ ਔਗਣ ਹਨ ਉਹਦੀ ਉਹ ਪਛਾਣ ਕਰਦਾ ਹੈ। ਬਿਨ ਬੋਲਤ ਆਪ ਪਛਾਨੈ, ਬਿਨ ਬੋਲਤ ਆਪ ਪਛਾਨੈ, ਬਿਨਾਂ ਬੋਲਿਆਂ ਉਹ ਆਪ ਹੀ ਪਛਾਣਦਾ ਹੈ, ਆਪ ਹੀ ਜਾਣਦਾ ਹੈ। ਉਹਦੇ ਅੱਗੇ ਬੋਲਣ ਦੀ ਲੋੜ ਨਹੀਂ ਪੈਂਦੀ। ਇੱਥੇ ਜਿਹੜਾ ਬੰਦਾ ਜ਼ਿਆਦੀਆਂ ਗੱਲਾਂ ਜਾਣਦਾ ਹੈ ਉਹਦੀ ਵਾਵਾ ਹੁੰਦੀ ਹੈ ਨਾ, ਤੇ ਜਿਹਨੂੰ ਗੱਲ ਕਰਨ ਦਾ ਢੰਗ ਨਹੀਂ, ਚੱਜ ਨਹੀਂ, ਉਹਦੀ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ। ਪਰ ਗੁਰਦੇਵ ਕਹਿੰਦੇ ਹਨ ਪ੍ਰਭੂ ਦੇ ਦਰਬਾਰ ਦੇ ਵਿੱਚ, ਉਹਦੀ ਦਰਗਾਹ ਦੇ ਵਿੱਚ, ਸਤ ਸੰਗਤ ਰੂਪੀ ਦਰਬਾਰ ਦੇ ਵਿੱਚ ਗੁਰਦੇਵ ਕਹਿੰਦੇ ਹਨ ਅੰਤਰਜਾਮੀ ਜਾਣੈ। ਉਹ ਅੰਤਰਜਾਮੀ ਪ੍ਰਭੂ ਸਾਰਿਆਂ ਦੇ ਹਿਰਦੇ ਦੀ ਜਾਣਦਾ ਹੈ। ਜਦੋਂ ਆਪਾਂ ਇੱਕ ਕਦਮ ਦਰਬਾਰ ਵੱਲ ਪੁੱਟਿਆ ਹੈ ਤੇ ਸਾਡੇ ਮਨ ਵਿੱਚ ਕੀ ਹੈ ਉਹ ਜਾਣਦਾ ਹੈ। ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਕਿਛ ਆਗੇ ਕੀਚੇ ਅਰਦਾਸ। ਉਹਨੂੰ ਬੋਲਣ ਦੀ ਲੋੜ ਨਹੀਂ, ਉਹਨੂੰ ਸ਼ਬਦੀ ਗੱਲਾਂ ਬਿਆਨ ਕਰਨ ਦੀ ਲੋੜ ਨਹੀਂ। ਬਿਨ ਬੋਲਤ ਆਪ ਪਛਾਨ, ਉਹ ਬਿਨਾਂ ਬੋਲਿਆ ਆਪ ਦਿਲ ਦੀ ਜਾਣਦਾ ਹੈ। ਸਰਬ ਥਾਨ ਕੋ ਰਾਜਾ, ਉਹ ਸਾਰੇ ਥਾਵਾਂ ਤੇ ਆਪ ਰਾਜਾ ਮਾਲਕ ਰੂਪ ਹੈ। ਸਰਬ ਥਾਨ ਕੋ ਰਾਜਾ, ਉਹ ਪਰਮੇਸ਼ਰ ਸਰਬ ਥਾਨ ਕੋ ਰਾਜਾ, ਤੇ ਰਾਜਾ ਸਭ ਤੋਂ ਵੱਡਾ ਰਾਜਾ ਥਾਂ ਕਿਹੜਾ ਹੈ ਪਰਮੇਸ਼ਰ ਦਾ, ਉਹ ਸਤ ਸੰਗਤ ਰੂਪੀ ਉਹਦਾ ਸਭ ਤੋਂ ਵੱਡਾ ਸਥਾਨ ਹੈ। ਤਹ ਅਨਹਦ ਸ਼ਬਦ ਅਗਾਜਾ, ਸਤ ਸੰਗਤ ਰੂਪੀ ਘਰ ਦੇ ਵਿੱਚ ਅਨਹਦ ਸ਼ਬਦ ਅਗਾਜਾ, ਇੱਕ ਰਸ ਸ਼ਬਦ ਜਿਹੜਾ ਉਹ ਪ੍ਰਗਟ ਹੁੰਦਾ ਹੈ। ਸਤ ਸੰਗਤ ਤਾਂ ਉਹਨੂੰ ਹੀ ਕਿਹਾ ਜਾਂਦਾ ਹੈ ਨਾ। ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥਾ ਏਕੋ ਨਾਮ ਬਖਾਣੀ ਹੈ। ਏਕੋ ਨਾਮ ਹੁਕਮ ਹੈ ਸਤਿਗੁਰ ਦੀਆ ਬੁਝਾਏ ਜੀ। ਜਿੱਥੇ ਕੇਵਲ ਇੱਕ ਪ੍ਰਭੂ ਦਾ ਜਸ ਹੁੰਦਾ ਹੋਵੇ, ਉਹਦੇ ਨਾਮ ਦੀ ਸਿਮਰਨ ਦੀ ਗੱਲ ਹੁੰਦੀ ਹੋਵੇ, ਗੁਰਦੇਵ ਕਹਿੰਦੇ ਹਨ ਉਹ ਉਹਦਾ ਸਤ ਸੰਗਤ ਰੂਪੀ ਰਾਜਾ ਸਥਾਨ ਹੈ। ਤਹ ਅਨਹਦ ਸ਼ਬਦ ਅਗਾਜਾ, ਉੱਥੇ ਇੱਕ ਰਸ ਸ਼ਬਦ ਪ੍ਰਗਟ ਹੁੰਦਾ ਹੈ। ਇਸ ਬਹਿ ਕਿਆ ਚਤੁਰਾਈ, ਪ੍ਰਭੂ ਦੇ ਦਰਬਾਰ ਦੇ ਵਿੱਚ ਜੀਵ ਦੀਆਂ ਚਤੁਰਾਈਆਂ ਨਹੀਂ ਚੱਲਦੀ। ਇੱਥੇ ਤਾਂ ਆਪਾਂ ਚਤੁਰਾਈਆਂ ਜਾਣਦੇ ਹਾਂ, ਤੇ ਜਿਹੜਾ ਚਾਤੁਰ ਬੰਦਾ ਹੈ ਉਹਦੀ ਵਾਵਾ ਹੈ।
ਪਰ ਗੁਰਦੇਵ ਕਹਿੰਦੇ ਹਨ ਤਿਸ ਪਹਿ ਕਿਆ ਚਤੁਰਾਈ। ਉਸ ਪ੍ਰਭੂ ਦੇ ਸਤ ਸੰਗਤ ਰੂਪੀ ਅਸਥਾਨ 'ਚ ਚਤੁਰਾਈਆਂ ਨਹੀਂ ਚੱਲਦੀਆਂ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਚਤੁਰਾਈ ਦੇ ਨਾਲ ਅੱਗੇ ਲਾ ਕੇ ਸੇਵਾ ਕਰੀਏ ਤੇ ਲੋਕ ਦੇਖਣ, ਪਰ ਗੁਰਦੇਵ ਕਹਿੰਦੇ ਇੱਥੇ ਚਤੁਰਾਈਆਂ ਨਹੀਂ ਚੱਲਦੀ। ਚਤੁਰਾਈ ਨਾ ਚਤੁਰਭੁਜ ਪਾਈਐ। ਗੁਰਦੇਵ ਬਖਸ਼ਿਸ਼ ਕਰਦੇ ਨੇ ਪ੍ਰਭੂ ਦੇ ਦਰਗਾਹ ਦੇ ਵਿੱਚ ਫਿਰ ਉੱਥੇ ਚਤੁਰਾਈਆਂ ਨਹੀਂ ਚੱਲਦੀਆਂ। ਮਿਲੋ ਨਾਨਕ ਆਪ ਗਵਾਈ। ਉੱਥੇ ਤਾਂ ਪ੍ਰਭੂ ਦੇ ਨਾਲ ਮਿਲ ਕੇ ਆਪਣਾ ਆਪ ਗਵਾਉਣਾ ਪੈਂਦਾ ਹੈ। ਉਹਦੀ ਪ੍ਰਾਪਤੀ ਤਾਂ ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ। ਚਤੁਰਾਈਆਂ ਦੇ ਨਾਲ ਹੋਰ ਦੁਨਿਆਵੀ ਕੰਮਾਂ ਦੇ ਵਿੱਚ ਆਪਾਂ ਵਾਹਵਾ ਖੱਟ ਸਕਦੇ, ਪਰ ਗੁਰਦੇਵ ਕਹਿੰਦੇ ਹਨ ਤਿਸ ਪੈ ਕਿਆ ਚਤੁਰਾਈ। ਉਹਦੇ ਅੱਗੇ ਕੀ ਚਤੁਰਾਈ ਦਿਖਾ ਰਿਹਾ? ਸਤ ਸੰਗਤ ਵਿੱਚ ਆ ਕੇ, ਸੰਗਤ ਵਿੱਚ ਆ ਕੇ ਕੀ ਆਪਣੀਆਂ ਚਤੁਰਾਈਆਂ ਦਿਖਾਉਣਾ ਹੈ? ਇੱਥੇ ਤਾਂ ਮਿਲ ਨਾਨਕ ਆਪ ਗਵਾਈ। ਇੱਥੇ ਆਪਣਾ ਆਪ ਗੁਰੂ ਨੂੰ ਭੇਟ ਕਰਦੇ, ਉਹਦੇ ਅੱਗੇ ਉਹਨੂੰ ਮਿਲ ਕੇ ਹੀ ਆਪਣਾ ਆਪ ਗਵਾ ਕੇ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਪਾਵਨ ਵਾਕ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤਾ ਸੀ। ਸੋ ਇਹਦਾ ਭਾਵ ਅਰਥ ਇਹ ਹੈ ਕਿ ਜਿਹੜਾ ਜਨਮ ਮਰਨ ਦਾ ਸੰਸਾ ਬਣਿਆ ਸੀ ਨਾ, ਉਹਨੂੰ ਦੂਰ ਕਰਨ ਵਾਸਤੇ ਬੜੇ ਯਤਨ ਕੀਤੇ, ਬੜਿਆਂ ਕੋਲ ਗਏ, ਪਰ ਕਿਤੇ ਵੀ ਇਹ ਸੰਸਾ ਦੂਰ ਨਾ ਹੋਇਆ। ਪਰ ਜਦੋਂ ਗੁਰਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਸਾਨੂੰ ਲੈ ਆਂਦਾ, ਪ੍ਰਭੂ ਦੇ ਵਿੱਚ ਅਭੇਦ ਹੋ ਕੇ ਹੀ ਇਹ ਜਨਮ ਮਰਨ ਦਾ ਸੰਸਾ ਮਿਟਦਾ ਹੈ। ਇਹ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੀ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ ਪਾਵਨ ਬਾਣੀ ਦੀ, ਸੋ ਇਹ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਗੁਣ ਵਿਚਾਰੇ ਗਿਆਨੀ ਸੋਏ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਦੱਖਣੀ ਓਅੰਕਾਰ ਦੇ ਅੰਦਰ। ਮਹਾਰਾਜ ਜੀ ਨੇ ਦੱਖਣ ਦੇ ਵਿੱਚ ਸੋ ਨਰਮਦਾ ਨਦੀ ਦੇ ਕੰਢੇ ਦੇ ਉੱਤੇ ਜਿਹੜਾ ਬ੍ਰਾਹਮਣ ਚਤੁਰਦਾਸ ਸੀ, ਉਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਸੀ ਤੇ ਉਹ ਬਾਲਕਾਂ ਨੂੰ ਅੱਖਰ ਪੜ੍ਹਾ ਰਿਹਾ ਸੀ। ਤੇ ਗੁਰਦੇਵ ਨੇ ਅਰਥ ਪੁੱਛੇ ਤੇ ਕਹਿਣ ਲੱਗਾ ਇੱਕ ਅੱਖਰ ਦਾ ਵੀ ਅਰਥ ਹੁੰਦਾ ਹੈ। ਮਹਾਰਾਜ ਕਹਿੰਦੇ ਕੱਲਾ ਕੱਲਾ ਅੱਖਰ ਪਰਮੇਸ਼ਰ ਦੀ ਉਸਤਤ ਗਾ ਰਿਹਾ, ਬਸ ਲੋੜ ਹੈ ਆਪਣੀ ਸੁਰਤ ਨੂੰ ਇਕਾਗਰ ਕਰਨ। ਜਦੋਂ ਸੁਰਤ ਇਕਾਗਰ ਹੋ ਜਾਵੇ ਫਿਰ ਜੋ ਦੀਸਤ ਹੈ, ਜੋ ਦੀਸਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ। ਇਹ ਸਾਰੇ ਹੀ ਪ੍ਰਭੂ ਦੇ ਨਾਮ ਨੂੰ ਧਿਆ ਰਹੇ ਹਨ, ਪਰ ਲੋੜ ਸੁਰਤ ਇਕਾਗਰ ਕਰਨ ਦੀ ਹੈ ਨਾ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਮਹਾਰਾਜ ਜੀ ਨੇ ਉਹਦੇ ਪਰਥਾਏ ਪਾਵਨ ਬਾਣੀ ਉਚਾਰਨ ਕੀਤੀ ਹੈ। ਉਪਦੇਸ਼ ਸਾਰਿਆਂ ਲਈ ਸਾਂਝਾ ਹੈ। ਇੱਥੇ ਮਹਾਰਾਜ ਗਿਆਨੀ ਦੇ ਗੁਣ ਦੱਸਦੇ ਹਨ ਕਿ ਗਿਆਨੀ ਕੌਣ ਹੈ। ਆਪਾਂ ਤੇ ਕੁਝ ਗੱਲਾਂ ਸੁਣਾਉਣ ਵਾਲੇ ਨੂੰ ਜਾਂ ਕੋਈ ਸੋਹਣਾ ਲਿਬਾਸ ਪਾ ਕੇ ਬੈਠਾ ਹੋਵੇ ਤੇ ਕਹਿੰਦੇ ਆ ਕਿ ਗਿਆਨੀ ਹੈ, ਪਰ ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੁਣ ਵਿਚਾਰੇ ਗਿਆਨੀ ਸੋਏ। ਗਿਆਨੀ ਕੌਣ ਹੈ? ਜਿਹੜਾ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਜਦੋਂ ਦੇਖੀਦਾ ਹੈ ਕਿ ਕੁਝ ਵਿਦਵਾਨਾਂ ਵੱਲ ਵੀ ਕਿ ਉਹ ਜ਼ਿਆਦਾ ਦੁਨਿਆਵੀ ਵਿਸ਼ੇ ਛੇੜ ਕੇ ਬੈਠੇ ਹੁੰਦੇ ਤੇ ਬਾਅਦ ਵਿੱਚ ਆਪਾਂ ਉਹਨਾਂ ਨੂੰ ਵੀ ਕਹਿੰਦੇ ਆ ਕਿ ਗਿਆਨੀ ਜੀ, ਪਰ ਗੁਰਦੇਵ ਕਹਿੰਦੇ ਗਿਆਨੀ ਤੇ ਉਹ ਹੈ ਜਿਹੜੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਪ੍ਰਭੂ ਦੇ ਗੁਣ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਪਰਮਾਤਮਾ ਦੇ ਪਰ ਉਪਕਾਰ ਨੂੰ ਯਾਦ ਕਰ ਕਿ ਤੇਰੀ ਹੋਂਦ ਕੀ ਹੈ, ਫੇਰ ਹੀ ਤੇਰਾ ਮਾਣ ਦੂਰ ਹੋਵੇਗਾ ਨਾ। ਤੇ ਹੋਂਦ ਤੇਰੀ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਾਰਿਆ ਪਾਰਾ। ਇਹ ਤੇਰੀ ਹੋਂਦ ਸੀ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨਹਿ ਉਬਾਰਿਆ ਬਾਰ ਬਵਸਥਾ ਤੁਝ ਹੈ ਪਿਆਰੇ ਦੂਰ। ਇਹ ਪ੍ਰਮਾਤਮਾ ਦੇ ਗੁਣ ਨੇ। ਪਹਿਲੋਂ ਦੇਤਾ ਰਿਜਕ ਸਮਾਹ, ਪਿੱਛੋਂ ਦੇਤਾ ਜੰਤ ਉਪਾਹ। ਏਡਾ ਪ੍ਰਭੂ ਉਪਕਾਰੀ। ਸਾਡੇ ਜਨਮ ਤੋਂ ਪਹਿਲਾਂ ਸਾਡੇ ਖੁਰਾਕ ਦੀ ਚਿੰਤਾ ਕਿਹਨੂੰ ਹੈ? ਉਹ ਪ੍ਰਮਾਤਮਾ ਨੂੰ। ਜੇ ਮਾਂ ਦੇ ਗਰਭ ਦੇ ਵਿੱਚ ਸੀ ਤੇ ਉੱਥੇ ਕਿਹੜੀ ਤਾਕਤ ਸਾਨੂੰ ਜਿਉਂਦਾ ਰੱਖਣ ਵਾਲੀ ਸੀ? ਇਹ ਗੁਣ, ਇਹ ਉਪਕਾਰ ਤਾਂ ਪ੍ਰਭੂ ਦਾ ਹੈ ਸਾਡੇ ਤੇ ਕਿ ਮਾਂ ਦੀ ਗਰਭ ਦੇ ਵਿੱਚ ਵੀ ਸਾਨੂੰ ਉਹਨੇ ਜੀਵਤ ਰੱਖਿਆ, ਫਿਰ ਸਾਡੇ ਦੁੱਧ ਦਾ ਇੰਤਜ਼ਾਮ ਕੀਤਾ। ਬਾਰ ਬਵਸਥਾ ਤੁਝ ਹੈ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ। ਜਦੋਂ ਜਵਾਨੀ ਦੇ ਵਿੱਚ ਆਏ ਤੇ ਫਿਰ ਇੰਨੀਆਂ ਸੁੱਖ ਸਹੂਲਤਾਂ ਇਹਨੇ ਸਾਧਨ ਦਿੱਤੇ ਹਨ। ਬਾਰ ਬਵਸਥਾ ਤੁਝ ਹੈ ਪਿਆਰ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ। ਇਹ ਉਪਕਾਰ ਕਿਹਦਾ ਹੈ? ਜੇ ਹੁਣ ਬਜ਼ੁਰਗ ਹੋ ਗਏ ਆ ਤੇ ਬਾਤ ਪੁੱਛਣ ਵਾਲਾ ਕੌਣ? ਉਹ ਘਰ ਦੇ ਸੰਬੰਧੀ ਪ੍ਰਮਾਤਮਾ ਨੇ ਦਿੱਤੇ ਨੇ। ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੈਨ। ਇਹ ਪ੍ਰਮਾਤਮਾ ਦਾ ਉਪਕਾਰ ਹੈ ਸਾਡੇ ਤੇ ਸਭ ਤੋਂ ਵੱਡਾ। ਇੱਕ ਛੋਟੇ ਜਿਹੇ ਸੈੱਲ ਤੋਂ ਇੰਨਾ ਸੋਹਣਾ ਪ੍ਰਭੂ ਨੇ ਸਾਨੂੰ ਸਰੀਰ ਦਿੱਤਾ ਹੈ। ਇਸ ਲਈ ਉਹਦਾ ਧੰਨਵਾਦ ਕਰੀਏ।
ਉਹ ਪ੍ਰਭੂ ਦਾ ਸ਼ੁਕਰ ਕਰੀਏ। ਤੇ ਜੇ ਅਣਜਾਣ ਪੁਣੇ ਵਿੱਚ ਆ ਕੇ ਕਹਿੰਦੇ ਆ ਕਿ ਉਹਨੇ ਦਿੱਤਾ ਕੀ, ਜੇ ਸਰੀਰ ਤੰਦਰੁਸਤ ਹੈ ਤੇ ਸਭ ਤੋਂ ਵੱਡੀ ਦਾਤ ਹੈ ਪਰਮੇਸ਼ਰ ਦੀ। ਮਹਾਰਾਜ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਿਆ ਕਰ। ਉਹ ਕਿੰਨਾ ਉਪਕਾਰੀ ਹੈ, ਉਹ ਭਗਤ ਵਸ਼ਲ ਹੈ, ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ। ਭਾਈ ਗੁਰਦਾਸ ਜੀ ਦਾ ਬੜਾ ਸੋਹਣਾ ਬਚਨ ਆਪਾਂ ਪੜ੍ਹਦੇ ਹਾਂ, ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ। ਇਹ ਪ੍ਰਭੂ ਦਾ ਬਹੁਤ ਵੱਡਾ ਗੁਣ ਹੈ ਕਿ ਉਹ ਭਗਤੀ ਨੂੰ ਪਿਆਰ ਕਰਦਾ ਹੈ। ਇਹ ਤਾਂ ਸਾਰੇ ਜਾਣਦੇ ਹਾਂ। ਤੇ ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਮੈਂ ਸੋਚਦਾ ਕਿ ਮੈਂ ਤਾਂ ਭਗਤ ਵੀ ਨਹੀਂ ਤੇ ਫਿਰ ਮੇਰਾ ਪਾਰ ਉਤਾਰਾ। ਪਰ ਅਗਲੀ ਪੰਕਤੀ ਵਿੱਚ ਉਹ ਲਿਖਦੇ ਨੇ, ਪਤਤ ਪਾਵਨ ਸੁਨ ਆਸਾ ਉਰ ਧਾਰ। ਜਦੋਂ ਮੈਂ ਇਹ ਦੇਖਦਾ ਕਿ ਸਤਿਗੁਰੂ ਤੂੰ ਪਤਤ ਪਾਵਨ ਵੀ ਹੈ, ਤੂੰ ਬਹੁਤ ਜ਼ਿਆਦਾ ਪਾਪੀਆਂ ਦਾ ਉਧਾਰ ਕੀਤਾ, ਗਨਕਾ ਵਰਗਿਆਂ ਦਾ, ਅਜਾਮਲ ਵਰਗਿਆਂ ਦਾ, ਉਹਨਾਂ ਦਾ ਵੀ ਸੱਜਣ ਠੱਗ ਵਰਗਿਆਂ ਦਾ ਵੀ ਪਾਰ ਉਤਾਰਾ ਕੀਤਾ ਹੈ। ਮੇਰੇ ਮਨ ਵਿੱਚ ਆਸ ਵੱਜ ਜਾਂਦੀ। ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ। ਜਦੋਂ ਸੁਣਦਾ ਕਿ ਦਾਤਾ ਤੂੰ ਤਾਂ ਅੰਤਰਜਾਮੀ ਹੈ, ਮੈਂ ਬੜੇ ਔਗਣ ਕੀਤੇ ਨੇ ਲੁਕ ਕੇ ਛਿਪ ਕੇ, ਪਰ ਤੂੰ ਤਾਂ ਅੰਦਰ ਦੀਆਂ ਜਾਣਦਾ ਹੈ। ਦੀਨ ਕੋ ਦਇਆਲ ਸੁਨ ਭੈ ਪ੍ਰਮ ਟਾਰਹੁ। ਪਰ ਜਦੋਂ ਇਹ ਸੁਣਦਾ ਕਿ ਤੂੰ ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਉਹਦੇ ਤੇ ਦਇਆ ਵੀ ਕਰਦਾ ਹੈ, ਤੇ ਮੈਂ ਇਹ ਸੁਣ ਕੇ ਕੁਝ ਆਸ ਰੱਖ ਲੈਂਦਾ। ਜਲ ਧਰ ਸੰਗਮ ਕੈ ਅਫਲ ਸਿੰਬਲ ਦ੍ਰੁਮ। ਪਾਣੀ ਦਾ ਸੰਗ ਕਰਕੇ ਸਿੰਬਲ ਦਾ ਰੁੱਖ ਫਲ ਵਾਲਾ ਨਹੀਂ ਹੋ ਜਾਂਦਾ। ਮੇਰਾ ਜੀਵਨ ਤੇ ਸਿੰਬਲ ਦੇ ਰੁੱਖ ਵਰਗਾ ਹੈ। ਜਿੰਨਾ ਮਰਜੀ ਸਤ ਸੰਗਤ ਰੂਪੀ ਜਲ ਦੇ ਕੋਲ ਰਵਾਂ ਤੇ ਮੈਨੂੰ ਮੁਕਤੀ ਰੂਪੀ ਫਲ ਕਿਤੇ ਨਹੀਂ ਮਿਲਣਾ। ਪਰ ਅੱਗੇ ਬਖਸ਼ਿਸ਼ ਕਰਦੇ ਹਨ, ਚੰਦਨ ਸੁਗੰਧ ਸੰਬੰਧ ਮੈਲ ਗਾਰ। ਪਰ ਚੰਦਨ ਜਿਹੜਾ ਹੈ ਉਹ ਆਪਣੇ ਨੇੜਲੇ ਰੁੱਖਾਂ ਨੂੰ ਸੁਗੰਧੀ ਨਾਲ ਭਰ ਦਿੰਦਾ। ਸਤਿਗੁਰੂ ਤੂੰ ਚੰਦਨ ਹੈ, ਮੈਂ ਸਿੰਬਲ ਹਾਂ, ਪਰ ਮੈਨੂੰ ਪਤਾ ਹੈ ਤੇਰਾ ਸੰਗ ਕਰਕੇ ਮੇਰੇ ਅੰਦਰ ਵੀ ਭਗਤੀ ਦੀ ਸੁਗੰਧੀ ਆਵੇਗੀ। ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋ ਠੌਰ। ਮੇਰੀਆਂ ਜਿਹੜੀਆਂ ਕਰਤੂਤਾਂ ਨੇ ਜਿੰਨੇ ਕੰਮ ਹਨ ਨਖਿੱਧ, ਮੈਨੂੰ ਤਾਂ ਨਰਕਾਂ 'ਚ ਵੀ ਥਾਂ ਨਹੀਂ ਮਿਲਣੀ। ਪਰ ਤੁਮਰੋ ਬਿਰਦ ਕਰ ਆਸਰੋ ਸੰਭਾਰ ਹੋ। ਪਰ ਸਤਿਗੁਰੂ ਜਦੋਂ ਤੇਰੇ ਬਿਰਦ ਨੂੰ ਸੁਣਦਾ ਨਾ ਕਿ ਤੇਰਾ ਬਿਰਦ ਕਿਰਪਾਲੂ ਹੈ, ਤੇ ਮੈਂ ਆਸਰਾ ਰੱਖ ਲੈਂਦਾ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਗੁਣ ਵਿਚਾਰੇ ਗਿਆਨੀ ਸੋਇ। ਜਿਹੜਾ ਇਸ ਤਰ੍ਹਾਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਰਹਿੰਦਾ ਹੈ ਹਮੇਸ਼ਾ, ਹਰ ਦਿਨ, ਹਰ ਪਲ, ਅਸਲ ਵਿੱਚ ਉਹ ਗਿਆਨੀ ਹੈ। ਆਪਾਂ ਤੇ ਕਹਿੰਦੇ ਹਾਂ ਕੁਝ ਗਿਆਨ ਦੇਣ ਵਾਲਾ, ਬੋਲਣ ਵਾਲਾ, ਸੁਣਾਉਣ ਵਾਲਾ ਗਿਆਨੀ, ਪਰ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਨੇ ਪੰਡਤ ਜੀ, ਇੱਥੇ ਮਹਾਰਾਜ ਕਹਿੰਦੇ ਸਾਰੇ ਹੀ ਗਿਆਨੀ ਨੇ। ਕੌਣ? ਜਿਹੜੇ ਸੰਗਤ ਕਰਦੇ ਨੇ ਤੇ ਪ੍ਰਭੂ ਦੇ ਗੁਣਾਂ ਦੀ ਹਰ ਸਮੇਂ ਵਿਚਾਰ ਕਰਦੇ ਰਹਿੰਦੇ ਨੇ। ਹਾਂਜੀ, ਗੁਣ ਮਹਿ ਗਿਆਨ ਪ੍ਰਾਪਤ ਹੋਏ। ਸਤ ਸੰਤੋਖ ਦਇਆ ਧਰਮ ਖਿਮਾ, ਇਹ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ। ਗੁਣ ਦਾਤਾ ਵਿਰਲਾ ਸੰਸਾਰ। ਗੁਣਾਂ ਦਾ ਦਾਤਾ ਤੇ ਵਿਰਲਾ ਹੀ ਕੋਈ ਮਹਾਪੁਰਖ ਸੰਸਾਰ ਦੇ ਅੰਦਰ ਹੈ। ਸਾਚੀ ਕਰਨੀ ਗੁਰ ਵਿਚਾਰ। ਗੁਰਾਂ ਦੀ ਇਹੋ ਵਿਚਾਰ ਹੈ ਕਿ ਸੱਚੀ ਪ੍ਰਭੂ ਦੀ ਭਗਤੀ ਕਰੇ ਜੀਵ। ਅਗਮ ਅਗੋਚਰ ਕੀਮਤ ਨਹੀਂ ਪਾਏ। ਉਹ ਪ੍ਰਭੂ ਮਨ ਦੀ ਪਹੁੰਚ ਤੋਂ ਪਰੇ ਹੈ, ਸੰਕਲਪਾਂ ਵਿਕਲਪਾਂ ਤੋਂ ਪਰੇ ਹੈ। ਇਸੇ ਤਰ੍ਹਾਂ ਅਗੋਚਰ ਇੰਦਰੀਆਂ ਦੀ ਪਹੁੰਚ ਵੀ ਉੱਥੇ ਤੱਕ ਨਹੀਂ ਹੋ ਸਕਦੀ। ਕੀਮਤ ਨਹੀਂ ਪਾਏ। ਉਹ ਪ੍ਰਭੂ ਦੀ ਧਨ ਦੌਲਤ ਦੇ ਨਾਲ, ਸਿਆਣਪਾਂ ਦੇ ਨਾਲ ਕੀਮਤ ਨਹੀਂ ਪਾਈ ਜਾ ਸਕਦੀ। ਇੱਥੇ ਤਾਂ ਮਹਾਰਾਜ ਬਖਸ਼ਿਸ਼ ਕਰਦੇ ਹਨ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਤਾਂ ਉਹਨੂੰ ਆਪਣਾ ਤਨ ਮਨ ਧਨ ਅਰਪਣ ਕਰਨਾ ਪੈਂਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਲਾਹੌਰ ਗਏ। ਜਦੋਂ ਪਤਾ ਲੱਗਾ ਕਿਰਤੀ ਸਿੱਖਾਂ ਨੂੰ ਕਿ ਗੁਰੂ ਅਰਜਨ ਦੇਵ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀ 5ਵੀਂ ਜੋਤ ਲਾਹੌਰ ਆਈ, ਤੇ ਭਾਈ ਸੰਮਨ ਤੇ ਮੂਸਨ ਇਹ ਲਾਹੌਰ ਸ਼ਾਹੂਕਾਰ ਦੇ ਪਾਸ ਨੌਕਰੀ ਕਰਦੇ ਸੀ। ਇਹਨਾਂ ਨੂੰ ਬੜੀ ਪ੍ਰਸੰਨਤਾ ਹੋਈ, ਕਿਉਂਕਿ ਜਿਹੜੇ ਕਿਰਤੀ ਸਿੱਖ ਸਨ ਤੇ ਉਹ ਕਿਸੇ ਸਮੇਂ ਛਿਮਾਹੀ ਸਾਲਾਂ ਬਾਅਦ ਚੱਲ ਕੇ ਗੁਰੂ ਦਰਸ਼ਨਾਂ ਨੂੰ ਆਉਂਦੇ ਸੀ। ਅੱਜ ਕੱਲ੍ਹ ਤਾਂ ਸਾਡੇ ਕੋਲ ਸਾਧਨ ਬਹੁਤ ਨੇ, ਪਰ ਉਦੋਂ ਇੰਨੇ ਸਾਧਨ ਵੀ ਨਹੀਂ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਆਏ ਤੇ ਸੰਮਨ ਪੁੱਤਰ ਸੀ ਤੇ ਮੂਸਨ ਪ੍ਰੇਮ ਸੀ, ਇਹਨਾਂ ਦੋਨਾਂ ਨੇ ਸਲਾਹ ਕੀਤੀ ਕਿ ਆਪਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਘਰੇ ਲਿਆ ਕੇ ਪ੍ਰਸ਼ਾਦਾ ਛਕਾਈਏ। ਇਹਨਾਂ ਨੇ ਸਲਾਹ ਕਰ ਲਈ, ਪਰ ਇਹ ਸ਼ਾਹੂਕਾਰ ਪਾਸ ਨੌਕਰੀ ਕਰਦੇ ਸੀ, ਤਨਖਾਹ ਨਹੀਂ ਸੀ ਸ਼ਾਹੂਕਾਰ ਪਾਸ ਲੈਂਦੇ, ਉਹਦੇ ਕੋਲ ਜਮ੍ਹਾਂ ਕਰਾਈ ਜਾਂਦੇ ਸੀ। ਗਰੀਬ ਸਿੱਖ ਸਨ, ਕਿਰਤੀ ਸਨ, ਤੇ ਜਿਹੜੀ ਤਨਖਾਹ ਸੀ ਇਹਨਾਂ ਦੀ ਸ਼ਾਹੂਕਾਰ ਜਮ੍ਹਾਂ ਕਰਦਾ ਸੀ, ਤੇ ਆਪਣੇ ਖਰਚੇ ਲਈ ਇਹ ਧਨ ਉਹਦੇ ਕੋਲੋਂ ਲੈ ਲੈਂਦੇ ਸਨ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਸਤਿਗੁਰਾਂ ਨੇ ਇਹਨਾਂ ਦਾ ਪ੍ਰੇਮ ਦੇਖ ਕਰਕੇ ਮਹਾਰਾਜ ਜੀ ਨੇ ਇਹਨਾਂ ਨੂੰ ਆਗਿਆ ਦਿੱਤੀ ਕਿ ਸੰਗਤ ਸਮੇਤ ਅਸੀਂ ਆਵਾਂਗੇ। ਤੇ ਬੜੀ ਪ੍ਰਸੰਨਤਾ ਹੋਈ ਕਿ ਸਤਿਗੁਰੂ ਅੱਜ ਸਾਡੇ ਘਰੇ ਆਉਣਗੇ। ਤੇ ਸਤਿਗੁਰੂ ਤਾਂ ਨਵਾਜਦੇ ਹੀ ਗਰੀਬਾਂ ਨੂੰ ਹਨ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ।
ਜਾਤ ਨ ਪਤ ਨ ਆਦਰ ਉਦਿਆਨ ਭਰਮਿੰਨਾ, ਮਿੱਤਰ ਨ ਏਠ ਤਨ ਰੂਪਹੀਣ, ਕਿਛ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਗਿਆ ਦਿੱਤੀ, ਚਾਅ ਚੜ ਗਿਆ, ਸ਼ਾਹੂਕਾਰ ਦੇ ਕੋਲ ਗਏ ਤੇ ਸ਼ਾਹੂਕਾਰ ਨੂੰ ਕਿਸੇ ਨੇ ਪਹਿਲਾਂ ਹੀ ਚੁਗਲੀ ਕਰ ਦਿੱਤੀ ਕਿ ਗੁਰੂ ਅਰਜਨ ਦੇਵ ਸਾਹਿਬ ਉਹ ਹਨ ਜਿਨ੍ਹਾਂ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕੀਤਾ ਹੈ ਆਪਣੇ ਪੁੱਤਰ ਲਈ, ਤੇ ਜੇ ਤੂੰ ਇਹਨਾਂ ਨੂੰ ਪੈਸੇ ਦੇ ਕੇ ਤੇ ਭੋਜਨ ਛਕਾਉਣ ਦੀ ਆਗਿਆ ਦੇਣਾ ਤੇ ਕਿਸੇ ਨੂੰ ਪਤਾ ਲੱਗਾ ਚੰਦੂ ਨੂੰ ਚੁਗਲੀ ਕਰਕੇ ਤੈਨੂੰ ਵੀ ਡੰਡ ਲਵਾ ਦੇਣ। ਇਹ ਸ਼ਾਹੂਕਾਰ ਡਰ ਗਿਆ। ਜਦੋਂ ਸੰਮਨ ਤੇ ਮੂਸਨ ਜਦੋਂ ਉਹਦੇ ਕੋਲ ਗਏ, ਜਾ ਕੇ ਕਹਿੰਦੇ ਨੇ ਕਿ ਸਾਡੇ ਪੈਸੇ ਸਾਨੂੰ ਦੇ, ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੰਗਤਾਂ ਸਮੇਤ ਪ੍ਰਸ਼ਾਦਾ ਛਕਾਉਣਾ ਹੈ। ਇਹ ਗੱਲ ਦਾ ਇਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਇਹਨੇ ਪੈਸੇ ਦੇਣ ਤੋਂ ਇਨਕਾਰ ਕੀਤੇ। ਜਦੋਂ ਇਹ ਗੱਲ ਦਾ ਪਤਾ ਸੰਮਨ ਤੇ ਮੂਸਨ ਨੂੰ ਲੱਗਾ ਤੇ ਚਿੱਤ ਬੜਾ ਉਦਾਸ ਹੋਇਆ ਕਿ ਮਹਾਰਾਜ ਨੂੰ ਅਸੀਂ ਬੇਨਤੀ ਕਰੇ ਆਏ ਹਾਂ ਕਿ ਘਰੇ ਆਓ ਪ੍ਰਸ਼ਾਦਾ ਛਕੋ, ਤੇ ਇਹਨੇ ਸ਼ਾਹੂਕਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ, ਹੁਣ ਕਰੀਏ ਕੀ। ਪਰ ਜੇ ਸਿੱਖ ਦੀ ਸੱਚੀ ਸ਼ਰਧਾ ਹੋਵੇ, ਭਾਵਨਾ ਹੋਵੇ, ਤੇ ਸਤਿਗੁਰੂ ਆਪ ਭਾਗ ਲਾਉਂਦੇ ਨੇ, ਜਿਸ ਤਰ੍ਹਾਂ ਬਾਬਾ ਨਿਧਾਨ ਸਿੰਘ ਜੀ ਨੂੰ ਲਾਏ ਸਨ, ਖੀਸਾ ਮੇਰਾ ਹੱਥ ਤੇਰਾ। ਅੱਜ ਤੱਕ ਉੱਥੇ ਸੰਗਤ ਜੀ ਬੇਅੰਤ ਲੰਗਰਾਂ ਦੇ ਪ੍ਰਵਾਹ ਚੱਲ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਦੋਂ ਆਉਣ ਦਾ ਸਮਾਂ ਹੋਇਆ, ਅਗਲੇ ਦਿਨ ਆਉਣਾ ਸੀ, ਜਦ ਰਾਤ ਪਈ, ਇਹਨਾਂ ਨੇ ਵਿਚਾਰ ਕੀਤੀ ਤੇ ਭਾਈ ਸੰਮਨ ਕਹਿਣ ਲੱਗੇ ਪਿਤਾ ਮੂਸਨ ਨੂੰ, ਕਹਿੰਦੇ ਪਿਤਾ ਜੀ ਜੇ ਸ਼ਾਹੂਕਾਰ ਨੇ ਪੈਸੇ ਨਹੀਂ ਦਿੱਤੇ, ਲਿਆਉਣੇ ਤਾਂ ਅਸੀਂ ਆਪਣੇ ਨੇ, ਕਿਉਂ ਨਾ ਆਪਾਂ ਇਹਦੀ ਦੁਕਾਨ ਵਿੱਚ ਜਾ ਕੇ ਜਿਹੜੇ ਪੈਸੇ ਪਏ, ਆਪਣੇ ਪੈਸੇ ਜਿਹੜਾ 500 ਰੁਪਈਆ ਬਣਦਾ ਹੈ ਉਹ ਆਪਾਂ ਚੁੱਕ ਲਿਆਈਏ। ਤੇ ਭਾਈ ਮੂਸਨ ਕਹਿੰਦੇ ਪੁੱਤਰਾ ਇਹ ਤਾਂ ਚੋਰੀ ਹੋਵੇਗੀ, ਤੇ ਜੇ ਲੋਕਾਂ ਨੂੰ ਪਤਾ ਲੱਗਾ ਤੇ ਫਿਰ। ਤੇ ਭਾਈ ਸੰਮਨ ਕਹਿਣ ਲੱਗਾ ਇਹ ਚੋਰੀ ਕਾਹਦੀ ਪਿਤਾ ਜੀ, ਪੈਸੇ ਤਾਂ ਆਪਣੇ ਲਿਆਉਣੇ ਨੇ। ਇਹਨਾਂ ਸਲਾਹ ਕੀਤੀ। ਰਾਤ ਨੂੰ ਜਿੱਥੇ ਦੁਕਾਨ ਚਲਾਉਂਦਾ ਸੀ ਉਹ ਸ਼ਾਹੂਕਾਰ, ਉਸ ਮੁੱਗ ਦੇ ਵਿੱਚੋਂ ਭਾਈ ਸੰਮਨ ਉਤਰਿਆ। ਉਹ ਜਿਹੜੇ 500 ਰੁਪਈਆ ਆਪਣੇ ਕਿਰਤ ਦੇ ਬਣਦੇ ਸਨ ਉਹ ਚੁੱਕੇ ਹਨ। ਜਦੋਂ ਲੈ ਕੇ ਪੈਸੇ ਪਿਤਾ ਨੂੰ ਫੜਾਏ ਤੇ ਬੜਾ ਪ੍ਰਸੰਨ ਹੋਏ। ਹੁਣ ਧੌਣ ਤਾਂ ਬਾਹਰ ਆ ਗਈ, ਗਰਦਨ ਤਾਂ ਬਾਹਰ ਆ ਗਈ, ਤੇ ਜਿਹੜਾ ਸਰੀਰ ਸੀ ਉਹ ਮੁੱਗ ਦੇ ਵਿੱਚੋਂ ਬਾਹਰ ਨਾ ਆਵੇ। ਬੜਾ ਯਤਨ ਕੀਤਾ, ਪਰ ਯਤਨਾਂ ਦੇ ਨਾਲ ਵੀ ਸਰੀਰ ਬਾਹਰ ਨਾ ਆਇਆ। ਤੇ ਫਿਰ ਜਿਹੜਾ ਭਾਈ ਸੰਮਨ ਸੀ ਨਾ, ਉਹ ਆਪਣੇ ਪਿਤਾ ਮੂਸਨ ਨੂੰ ਕਹਿਣ ਲੱਗਾ ਪਿਤਾ ਜੀ ਜੇ ਦਿਨ ਚੜ ਗਿਆ, ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਕਹਿਣਾ ਕਿ ਤਾਂ ਗੁਰੂ ਕੇ ਸਿੱਖ ਨੇ ਤੇ ਚੋਰੀ ਕਰਦੇ ਨੇ, ਇਸ ਕਰਕੇ ਸਾਡੀ ਕੋਈ ਗੱਲ ਨਹੀਂ, ਪਰ ਨਾ ਗੁਰੂ ਦੇ ਨਾਲ ਜੁੜਨਾ ਹੈ। ਇਸ ਕਰਕੇ ਹੁਣ ਮੇਰੀ ਇਹ ਬੇਨਤੀ ਮੰਨ, ਮੇਰਾ ਬਚਨ ਮੰਨ ਕਿ ਮੇਰੀ ਧੌਣ ਜਿਹੜੀ ਉਹ ਧੜ ਨਾਲੋਂ ਜੁਦਾ ਕਰ ਦੇ। ਐਸੀ ਸਿੱਖੀ ਜਿਹੜੀ ਸੇਵਕਾਂ ਨੇ ਕਮਾਈ ਹੈ, ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖੈ ਉਰ ਧਾਰ। ਭਾਈ ਮੂਸਨ ਕਹਿਣ ਲੱਗੇ ਪੁੱਤਰਾ ਤੇਰਾ ਸਿਰ, ਮੈਂ ਪਿਤਾ ਹਾਂ। ਤੇ ਪੁੱਤਰ ਭਾਈ ਸੰਮਨ ਕਹਿਣ ਲੱਗੇ ਪਿਤਾ ਆਪਾਂ ਦੋਵੇਂ ਗੁਰੂ ਕੇ ਸਿੱਖ ਹਾਂ, ਤੇ ਹੁਣ ਮੇਰੀ ਬੇਨਤੀ ਨੂੰ ਪ੍ਰਵਾਨ ਕਰ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੇਰਾ ਬਚਨ ਮੰਨ। ਕਹਿੰਦੇ ਪਿਤਾ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਵਾਰ ਕੀਤਾ, ਤੇ ਭਾਈ ਸੰਮਨ ਦਾ ਜਿਹੜਾ ਸਿਰ ਸੀ ਉਹ ਧੜ ਨਾਲੋਂ ਜੁਦਾ ਹੋਇਆ। ਇਹ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ, ਤੇ ਜੋ ਇਤਿਹਾਸ ਵਿੱਚ ਮਿਲਿਆ ਉਹ ਦਾਸ ਆਪ ਨਾਲ ਸਾਂਝ ਕਰ ਰਿਹਾ ਹੈ। ਕਿਉਂਕਿ ਚੌਬਲੇ ਮਹੱਲਾ ਪੰਜਵਾਂ ਇਹ ਬਾਣੀ ਇਸ ਸਰਲੇਖ ਹੇਠਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਪੜ੍ਹਦੇ, ਤੇ ਜਦੋਂ ਬਾਣੀ ਦੀ ਸ਼ਬਦਾਂ ਦੀ ਉਥਾਨਕਾ ਪੜਾਂਗੇ, ਉਸ ਉਥਾਨਕਾ ਦੇ ਵਿੱਚ ਇਹ ਸਾਖੀ ਆਉਂਦੀ। ਉੱਥੇ ਜਦੋਂ ਸਿਰ ਉਤਾਰਿਆ, ਸਿਰ ਘਰੇ ਲਾਇਆ, ਧੜ ਉੱਥੇ ਰਿਹਾ। ਜਦ ਸਵੇਰ ਹੋਈ ਸ਼ਾਹੂਕਾਰ ਜਾਗਿਆ। ਸ਼ਾਹੂਕਾਰ ਧੜ ਵੇਖ ਕੇ ਹੈਰਾਨ ਹੋ ਗਿਆ, ਬੜਾ ਡਰ ਗਿਆ। ਜੇ ਪਤਾ ਲੱਗਾ ਬਾਹਰ ਕਿਸੇ ਨੂੰ ਤੇ ਮੇਰੀ ਪੇਸ਼ੀ ਹੋਵੇਗੀ ਤੇ ਸਾਰਾ ਕੁਝ ਹੀ ਜਾਂਦਾ ਰਹੇਗਾ। ਉਸ ਵਕਤ ਮਨ 'ਚ ਖਿਆਲ ਆਇਆ ਕਿ ਮੈਂ ਕਿਰਤੀ ਸਿੱਖਾਂ ਦੇ ਪੈਸੇ ਰੱਖੇ ਸੀ, ਇਹ ਮੈਨੂੰ ਉਸ ਕਰਮ ਦੀ ਸਜ਼ਾ ਮਿਲੀ। ਇਹਨੇ ਕੀ ਕੀਤਾ, ਛੇਤੀ ਨਾਲ ਭਾਈ ਮੂਸਨ ਨੂੰ ਮਿਲਿਆ, ਕਹਿਣ ਲੱਗਾ ਮੇਰੇ ਦੁਕਾਨ ਵਿੱਚ ਇੱਕ ਧੜ ਪਿਆ, ਜੇ ਉਹ ਧੜ ਨੂੰ ਕਿਸੇ ਪਾਸੇ ਲਾ ਦੇ ਤੇ ਮੈਂ ਤੇਰਾ ਅਹਿਸਾਨ ਨਹੀਂ ਭੁੱਲਾਂਗਾ। 500 ਰੁਪਈਆ ਤੇਰਾ ਦੇਣਾ ਹੈ, 500 ਮੈਂ ਆਪਣੇ ਕੋਲ ਹੋਰ ਦਾਂਗਾ। ਭਾਈ ਮੂਸਨ ਨੂੰ ਤਾਂ ਸਭ ਪਤਾ ਸੀ। ਭਾਈ ਮੂਸਨ ਕਹਿਣ ਲੱਗੇ ਕਿ ਮੈਨੂੰ ਤੇਰੇ 500 ਦੀ ਲੋੜ ਨਹੀਂ, ਮੈਨੂੰ ਜੋ ਕੁਝ ਮਿਲਣਾ ਸੀ ਮਿਲ ਗਿਆ, ਪਰ ਮੈਂ ਧੜ ਜ਼ਰੂਰ ਉੱਥੋਂ ਲੈ ਆਉਂ। ਉਹ ਧੜ ਉੱਥੋਂ ਲਿਆਂਦਾ ਤੇ ਘਰੇ ਜਿੱਥੇ ਗਰਦਨ ਰੱਖੀ ਸੀ ਲਿਆ ਕੇ ਧੜ ਵੀ ਉਹ ਮੰਜੇ ਤੇ ਰੱਖ ਦਿੱਤਾ। ਸਵੇਰ ਦਾ ਅੰਮ੍ਰਿਤ ਵੇਲਾ ਹੋਇਆ, ਭਾਈ ਮੂਸਨ ਨੇ ਇਸ਼ਨਾਨ ਕੀਤਾ, ਬਾਜ਼ਾਰ ਦੇ ਵਿੱਚ ਸੌਦਾ ਲੈਣ ਗਏ। ਸੌਦਾ ਲੈ ਕੇ ਘਰੇ ਆਏ, ਲੰਗਰ ਤਿਆਰ ਕੀਤਾ। ਸਮਾਂ ਹੋ ਗਿਆ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਹੁੰਚ ਗਏ ਹਨ। ਮਹਾਰਾਜ ਨੂੰ ਜਦੋਂ ਭੋਜਨ ਪਰੋਸ ਕੇ ਅੱਗੇ ਰੱਖਿਆ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਮੂਸਨ ਤੇਰਾ ਪੁੱਤਰ ਨਜ਼ਰ ਨਹੀਂ ਆਉਂਦਾ, ਭਾਈ ਸੰਮਨ ਕਿੱਥੇ ਹੈ? ਤੇ ਭਾਈ ਮੂਸਨ ਅੱਖਾਂ ਭਰ ਕੇ ਕਹਿਣ ਲੱਗਾ ਮਹਾਰਾਜ ਅੱਜ ਉਹ ਸੁੱਤਾ ਹੈ,
ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨੂੰ ਉਠਾ ਤਾਂ ਸਹੀ। ਤੇ ਭਾਈ ਮੂਸਨ ਕਹਿੰਦੇ ਸਤਿਗੁਰੂ ਜਿੱਥੇ ਉਹ ਸੁੱਤਾ ਹੈ ਉੱਥੇ ਆਵਾਜ਼ ਤੁਹਾਡੀ ਪਹੁੰਚ ਸਕਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਿਹਰ ਦੇ ਘਰ ਵਿੱਚ ਆਏ। ਮਹਾਰਾਜ ਨੇ ਆਵਾਜ਼ ਦਿੱਤੀ ਆ, ਪੁੱਤਰ ਸੁਮਨ। ਮਹਾਰਾਜ ਕਹਿੰਦੇ ਨੇ ਬਾਹਰ ਆ। ਮਹਾਰਾਜ ਕਹਿੰਦੇ ਆ ਕੇ ਪਿਤਾ ਦੇ ਨਾਲ ਲੰਗਰ ਤਾਂ ਛਕਾ ਸੰਗਤ ਨੂੰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚਾ ਪਾਤਸ਼ਾਹ ਜਿੱਥੇ ਪੂਰਾ ਗੁਰੂ, ਜਿੱਥੇ ਪ੍ਰਤੱਖ ਹਰ ਆਪਣੀ ਆਵਾਜ਼ ਦੇ, ਤੇ ਉਹ ਸਤਿਗੁਰੂ ਜਿਨ੍ਹਾਂ ਬਾਬਤ ਬਾਣੀ ਅੰਦਰ ਪੜ੍ਹਦੇ ਹਾਂ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮਿਹਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਮਿਰਤਕ ਕਉ ਜੀਵਾਲਣ ਹਾਰ ਹੈ ਪੂਰਾ ਸਤਿਗੁਰੂ। ਜਦੋਂ ਪੂਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਵਾਜ਼ ਦਿੱਤੀ, ਕਹਿੰਦੇ ਭਾਈ ਸਮਨ ਉੱਠ ਕੇ ਖਲੋਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ। ਭਾਈ ਮੂਸਨ ਨੇ ਨੇਤਰ ਸੇਜਲ ਹੋਏ, ਦਾੜਾ ਜਿਹੜਾ ਸੀ ਗਿੱਲਾ ਹੋ ਗਿਆ। ਕਹਿਣ ਲੱਗਾ ਦਾਤਾ ਤੇਰਾ ਮੈਂ ਕਿੰਨਾ ਲਫ਼ਜ਼ਾਂ ਦੇ ਨਾਲ ਸ਼ੁਕਰ ਕਰਾਂ। ਐਸੀ ਸਤਿ ਸ੍ਰੀ ਅਕਾਲ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ। ਫਿਰ ਮਹਾਰਾਜ ਜੀ ਦੇ ਸਨਮੁਖ ਬੈਠੇ ਨੇ ਦੋਵੇਂ ਪਿਓ ਪੁੱਤਰ। ਉਸ ਵੇਲੇ ਭਾਈ ਮੂਸਨ ਨੇ ਦੇਖਿਆ ਕਿ ਪੁੱਤਰ ਸਮਨ ਨੂੰ ਮਾਨ ਨਾ ਆ ਜਾਵੇ, ਤੇ ਭਾਈ ਮੂਸਨ ਜੀ ਨੇ ਪੁੱਤਰ ਦੇ ਪਰਥਾਏ ਜੋ ਬਚਨ ਕਹੇ ਸੀ ਨਾ, ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਅੰਦਰ ਦਰਜ ਕੀਤੇ ਹਨ। ਉਹ ਬਚਨ ਆਪਾਂ ਪੜ੍ਹਦੇ ਹਾਂ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ। ਪਿਤਾ ਕਹਿਣ ਲੱਗਾ ਪੁੱਤਰ ਸਮਨ, ਜੇ ਪ੍ਰਭੂ ਦਾ ਗੁਰੂ ਦਾ ਪਿਆਰ ਪੈਸਿਆਂ ਨਾਲ ਮਿਲਦਾ ਹੋਵੇ, ਰਾਵਣ ਉੱਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ। ਰਾਵਣ ਵਰਗੇ ਕੰਗਾਲ ਨਹੀਂ ਸਨ ਜਿਨ੍ਹਾਂ ਨੇ 10 ਵਾਰ 11 ਵਾਰ ਸਿਰ ਵੱਢ ਕੇ ਸ਼ਿਵਾ ਨੂੰ ਭੇਟ ਕੀਤੇ। ਇੱਥੇ ਤਾਂ ਸਿੱਖੀ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈ। ਜਾਉ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਕਾਣ ਨਾ ਕੀਜੈ। ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਤੇ ਚਤਰਾਈਆਂ ਸਿਆਣਪਾਂ ਪਰਾਂ ਰੱਖ, ਆਪਣਾ ਸੀਸ ਤਲੀ ਤੇ ਧਰ ਕੇ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜੇ ਕੋਈ ਕਵੇ ਕਿ ਮੈਂ ਥੋੜੀ ਸੇਵਾ ਕਰਕੇ ਥੋੜੇ ਪੈਸਿਆਂ ਬਦਲੇ ਉਹਨੂੰ ਮੁੱਲ ਖਰੀਦ ਲਿਆ, ਗੁਰਦੇਵ ਕਹਿੰਦੇ ਨਹੀਂ, ਉਹਦੀ ਕੀਮਤ ਕੋਈ ਨਹੀਂ ਪਾ ਸਕਦਾ। ਤਾ ਮਿਲਿਆ ਜਾ ਲਏ ਮਿਲਾਏ। ਉਹਦੀ ਪ੍ਰਾਪਤੀ ਤਾਂ ਹੁੰਦੀ ਹੈ ਜਾਂ ਲਏ ਮਿਲਾਏ, ਜਦੋਂ ਉਹ ਆਪ ਆਪਣੇ ਨਾਲ ਮੇਲ ਲਵੇ, ਆਪੇ ਸੰਗਤ ਸਦ ਬਹਾਲ। ਜਾਂ ਲਏ ਮਿਲਾਏ, ਜਾਂ ਗੁਰਾਂ ਦੁਆਰਾ ਉਹ ਆਪਣੇ ਨਾਲ ਮੇਲ ਲਏ, ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਗੁਣਵੰਤੀ ਗੁਣ ਸਾਰੇ ਨੀਤ। ਜਿਸ ਤਰ੍ਹਾਂ ਗੁਣਵੰਤੀ ਔਰਤ ਸਾਰਾ ਦਿਨ ਆਪਣੇ ਪਤੀ ਦੇ ਗੁਣਾਂ ਨੂੰ ਹੀ ਸੁਣਾਉਂਦੀ ਰਹਿੰਦੀ। ਸੀਲਵੰਤੀਆਂ ਔਰਤਾਂ ਸੀਲ ਸੰਜਮ ਪਰੇ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜਮਾਨੈ। ਜਿਹੜੀਆਂ ਠੰਡੇ ਸੁਭਾਅ ਵਾਲੀਆਂ ਔਰਤਾਂ ਤੇ ਸੰਜਮ ਦਾ ਅਰਥ ਹੈ ਜਿਹੜੀਆਂ ਕੇਵਲ ਇੱਕ ਪਤੀ ਨੂੰ ਹੀ ਆਪਣਾ ਪਤੀ ਜਾਣਦੀਆਂ ਨੇ, ਬਾਕੀ ਉਹਦੇ ਲਈ ਸਭ ਔਰਤਾਂ ਹਨ। ਉਹ ਔਰਤਾਂ ਨੂੰ ਗੁਰਦੇਵ ਕਹਿੰਦੇ ਨੇ ਸੀਲ ਸੰਜਮ ਪਰੇ ਆਗਿਆ ਮਾਨੈ। ਜਿਹੜੀ ਪਤੀ ਦੇ ਆਗਿਆ ਵਿੱਚ ਚੱਲਣ ਵਾਲੀ ਔਰਤ ਹੈ, ਤਿਸ ਨਾਰੀ ਕੋ ਦੁੱਖ ਨਾ ਜਮਾਨ। ਨਾ ਜਮਾਂ ਦਾ ਦੁੱਖ ਲੱਗ ਸਕਦਾ ਹੈ, ਨਾ ਜਮਾਨੇ ਸੰਸਾਰ ਵਿੱਚ ਉਹ ਦੁਖੀ ਹੋ ਸਕਦੀ ਹੈ। ਇਸੇ ਤਰ੍ਹਾਂ ਗੁਰਦੇਵ ਬਖਸ਼ਿਸ਼ ਕਰਦੇ ਨੇ, ਗੁਣਵੰਤੀਆਂ ਕੌਣ ਨੇ? ਜਿਹੜੀਆਂ ਮਹਾਂਪੁਰਖ ਸਖੀਆਂ, ਉਹ ਪਰਮੇਸ਼ਰ ਦੀਆਂ ਜਿਹੜੀਆਂ ਸਖੀਆਂ ਨੇ, ਉਹਨਾਂ ਦੇ ਤਾਈਂ ਪ੍ਰਭੂ ਦੇ ਗੁਣ ਹੀ ਉਚਾਰਦੀਆਂ ਰਹਿੰਦੀਆਂ, ਉਹ ਨੇ ਜੀ ਗੁਣ ਵਾਲੀਆਂ। ਜਿਹੜੀਆਂ ਸਾਰਾ ਦਿਨ ਹੀ ਪ੍ਰਭੂ ਦੇ ਗੁਣ ਸੁਣਾਉਂਦੀਆਂ ਰਹਿੰਦੀਆਂ ਨੇ, ਮੇਰਾ ਮਾਲਕ ਇੰਨਾ ਵੱਡਾ ਹੈ, ਉਹ ਇੰਨਾ ਕਿਰਪਾਲੂ ਹੈ, ਇੰਨਾ ਦਿਆਲੂ ਹੈ, ਇੰਨਿਆਂ ਤੇ ਉਹਨੇ ਬਖਸ਼ਿਸ਼ ਕੀਤੀ ਹੈ, ਭਾਈ ਤੁਸੀਂ ਵੀ ਉਹਦਾ ਸਿਮਰਨ ਕਰੋ ਤੇ ਨਾਮ ਦੇ ਨਾਲ ਜੁੜੋ, ਉਹ ਗੁਣਵੰਤੀਆਂ ਹਨ। ਨਾਨਕ ਗੁਰਮਤਿ ਮਿਲਿਆ ਮੀਤ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਰਮਤਿ ਮਿਲਿਆ ਮੀਤ। ਗੁਰੂ ਦੀ ਮੱਤ ਦੁਆਰਾ, ਗੁਰ ਉਪਦੇਸ਼ ਦੁਆਰਾ ਮਿਲਿਆ ਮੀਤ, ਉਹ ਮਿੱਤਰ ਪ੍ਰਭੂ ਮਿਲਦਾ ਹੈ। ਕਿਉਂਕਿ ਇੱਕ ਪ੍ਰਭੂ ਦੇ ਨਾਲ ਮਿੱਤਰਤਾ ਪਰਲੋਕ ਦੇ ਵਿੱਚ ਨਿਭਦੀ ਹੈ। ਜਿਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਗੱਲੀ ਸੋ ਸੱਜਣ ਵੀ ਇੱਕ ਟੁਟੇਂਦੀ ਨਾ ਲਹਾ। ਗੱਲਾਂ ਵਾਲੇ ਤਾਂ ਵੀ ਸੱਜਣ ਬਣ ਜਾਂਦੇ ਨੇ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ। ਜਾਬੀ ਨਿਰਤਨ ਦੇਖਿਓ ਨਰਕੋ ਸੰਗ ਛਾਟ ਛਾੜ ਸਭ ਭਾਗੇ। ਇਹ ਕਹਿੰਦੇ ਹਨ, ਅੱਗੇ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਵਿੱਚ ਕੇਵਲ ਧਨ ਦੀ ਖਾਤਰ ਤੇਰੇ ਨਾਲ ਮਿੱਤਰਤਾ ਪਾਈ ਬੈਠੇ ਨੇ। ਜਦੋਂ ਨਿਰਤਨ ਕੰਗਾਲ ਦੇਖਦੇ ਨੇ ਤੇ ਸਾਰੀ ਛਾਟ ਛੱਡ ਕੇ ਭੱਜਣਾ ਤਿਆਰ ਹੋ ਜਾਂਦੇ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਇਸ ਲਈ ਮਿੱਤਰ ਕੌਣ ਹੈ? ਉਹ ਪ੍ਰਭੂ ਸੱਚਾ ਮਿੱਤਰ ਹੈ। ਉਹ ਮਿਲਦਾ ਕਿਸ ਤਰ੍ਹਾਂ ਹੈ? ਨਾਨਕ ਗੁਰਮਤ ਮਿਲਿਆ ਮੀਤ। ਉਹ ਗੁਰੂ ਦੀ ਮੱਤ ਦੁਆਰਾ, ਗੁਰ ਉਪਦੇਸ਼ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਆਪਾਂ ਇੱਥੇ ਗੁਰ ਉਪਦੇਸ਼ ਲੈਣ ਵਾਸਤੇ ਇਕੱਤਰ ਹੋਏ ਹਾਂ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ, ਸਤਿਗੁਰੂ
ਜੋ ਉਪਦੇਸ਼ ਤੁਸੀਂ ਸਾਡੀ ਝੋਲੀ ਪਾਇਆ ਹੈ, ਦਿੱਤਾ ਆਪ ਜੀ ਦਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਵੇ। ਉਹ ਪ੍ਰਭੂ ਮਿੱਤਰ ਦੀ ਪ੍ਰਾਪਤੀ ਵਾਲੇ ਅਸੀਂ ਵੀ ਬਣ ਸਕੀਏ। ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਸੰਗਤ ਜੀ ਅਸੀਸ ਦੇਣੀ, ਸਤਿਗੁਰਾਂ ਦਾ ਜਸ ਕਰਨ ਦੀ ਜਾਚ ਆ ਜਾਵੇ। ਲਿਖਾ ਹੈ ਕਤਹਿ ਨ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਗਮ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਐ ਜਾ ਲਏ ਮਿਲਾਏ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।